ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਜਸਵੀਰ ਸਿੰਘ ਪੱਟੀ, ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਤੇ ਸਾਡੇ ਸਮੂਹ ਪੱਤਰਕਾਰ ਸਾਹਿਬਾਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 17 ਮਾਰਚ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਐਪ ਤੋਂ ਇਲਾਵਾ ਰਿਕਾਰਡਡ ਵਰਸ਼ਨ ਦੇ ਵਿੱਚ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲਦਾ। ਤੁਰੰਤ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਇਹ ਪ੍ਰੋਗਰਾਮ YouTube ਚੈਨਲ ਦੇ ਉੱਤੇ ਮਿਲੇਗਾ ਅਤੇ ਬਾਅਦ ਦੇ ਵਿੱਚ ਹੌਲੀ ਹੌਲੀ ਵੱਖਰੇ ਵੱਖਰੇ, ਜਿਵੇਂ ਸਰਦਾਰ ਜਸਵੀਰ ਸਿੰਘ ਪੱਟੀ ਦਾ ਨਾਲ ਗੱਲਬਾਤ, ਫਿਰ ਬਖਤੌਰ ਸਿੰਘ ਢਿੱਲੋਂ ਨਾਲ, ਅਤੇ ਖਬਰਾਂ ਜਿਹੜੀਆਂ ਨੇ ਉਹ ਫੇਸਬੁੱਕ ਪੇਜ ਦੇ ਉੱਤੇ ਮਿਲਣਗੀਆਂ। ਸੋ ਤੁਸੀਂ ਰੇਡੀਓ ਪੰਜਾਬ ਟੁਡੇ ਨੂੰ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਜ਼ਰੂਰ ਸਬਸਕ੍ਰਾਈਬ ਅਤੇ ਲਾਈਕ ਕਰ ਦਿਓ ਅਤੇ ਨਾਲ ਨੋਟੀਫਿਕੇਸ਼ਨ ਦੇ ਬਟਨ ਵੀ ਦੱਬਣਾ ਨਾ ਭੁੱਲਣਾ। ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਖਬਰਾਂ YouTube ਅਤੇ ਫੇਸਬੁੱਕ 'ਤੇ ਮਿਲਦੀਆਂ ਨੇ। ਅੱਜ ਦਾ ਇਹ ਪ੍ਰੋਗਰਾਮ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਗਿਆ ਜੀ, ਜਿਨ੍ਹਾਂ ਦਾ ਦਫ਼ਤਰ ਹੈ ਜੀ ਏਅਰਪੋਰਟ ਰੋਡ, ਐਰੋ ਸਿਟੀ, ਮੋਹਾਲੀ। 'ਤੇ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਪ੍ਰੋਪਰਟੀ ਲੈਣ ਦੀ ਇੱਛਾ ਹੈ, ਭਾਵੇਂ ਉਹ ਰੈਜ਼ੀਡੈਂਸ਼ੀਅਲ ਹੈ, ਕਮਰਸ਼ੀਅਲ ਹੈ, ਇੰਡਸਟਰੀਅਲ ਹੈ, ਮੋਹਾਲੀ, ਜ਼ੀਰਕਪੁਰ, ਚੰਡੀਗੜ੍ਹ, ਖਰੜ ਦੇ ਆਲੇ ਦੁਆਲੇ ਇਹਨਾਂ ਸ਼ਹਿਰਾਂ ਦੇ ਵਿੱਚ ਤੁਸੀਂ ਕੋਈ ਸ਼ੋਰੂਮ ਲੈ ਕੇ ਤੁਰੰਤ ਕਿਰਾਏ 'ਤੇ ਚੜ੍ਹਾਉਣਾ ਚਾਹੁੰਦੇ ਹੋ, ਖਾਲੀ ਪਲਾਟ ਲੈ ਕੇ ਕੋਠੀ ਬਣਾਉਣਾ ਚਾਹੁੰਦੇ ਹੋ, ਜਾਂ ਇੰਡਸਟਰੀਅਲ ਪਲਾਟ ਲੈ ਕੇ ਰੱਖਣਾ ਚਾਹੁੰਦੇ ਹੋ, ਤਾਂ ਏਅਰਪੋਰਟ ਰੋਡ, ਐਰੋ ਸਿਟੀ 'ਤੇ ਇਹਨਾਂ ਦਾ ਦਫ਼ਤਰ ਹੈ ਜੀ। 893605 ਪੈਂਟਾ 0 ਕਹਿਣ ਤੋਂ ਭਾਵ 99360 5 ਵਾਰੀ 0, 98555 55960 ਜਾਂ 9855540009 'ਤੇ ਸੰਪਰਕ ਕਰ ਸਕਦੇ ਹੋ। ਬੇਕਰਸਫੀਲਡ ਏਰੀਆ ਦੇ ਵਿੱਚ ਬੜਾ ਹੀ ਟਰਸਟਡ ਨੇਮ ਹੈ ਜੀ ਜਤਿੰਦਰ ਸਿੰਘ ਤੂਰ ਹੋਣਾ ਦਾ, ਜਿਹੜੇ ਰੀਅਲ ਸਟੇਟਰ ਦੇ ਨਾਲ ਨਾਲ ਸੋਲਰ ਸਿਸਟਮ ਐਡਵਾਈਜ਼ਰ ਵੀ ਨੇ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦੇ ਹੋ 6617541722 'ਤੇ। ਟਰੱਕਰ ਵੀਰ ਅਤੇ ਓਨਰ ਆਪਰੇਟਰ ਜਿਹੜੇ ਰੋਜ਼ਾਨਾ ਘਰ ਆਉਣਾ ਚਾਹੁੰਦੇ ਨੇ, ਪਰਤਣਾ ਚਾਹੁੰਦੇ ਨੇ, ਬੱਚਿਆਂ ਦੇ ਨਾਲ ਬੜਾ ਵਧੀਆ ਸਮਾਂ ਬਤੀਤ ਕਰਨਾ ਚਾਹੁੰਦੇ ਨੇ, ਉਹਨਾਂ ਦੇ ਨਾਲ ਆਊਟਿੰਗਸ ਵੀ ਕਰਨਾ ਚਾਹੁੰਦੇ ਨੇ ਅਤੇ ਇਨਕਮ ਵੀ ਲੌਂਗ ਹਾਲ ਜਿੰਨੀ ਕਰਨਾ ਚਾਹੁੰਦੇ ਹੈ, ਤਾਂ ਵਾਸ਼ਿੰਗਟਨ ਫਰੇਟ ਸਰਵਿਸ ਸਿਐਟਲ ਵਾਲੇ ਸਰਦਾਰ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਜਗਦੇਵ ਸੰਧੂ ਹੋਰਾਂ ਨਾਲ ਸੰਪਰਕ ਕਰ ਲਓ। ਇਹ ਪੰਜਾਬੀ ਦੇ ਵਿੱਚ ਡਿਸਪੈਚ ਵੀ ਕਰਕੇ ਦਿੰਦੇ ਨੇ ਤੁਹਾਨੂੰ। ਫੋਨ ਨੰਬਰ ਨੇ ਜੀ 2063544060 ਅਤੇ ਜਗਦੇਵ ਸਿੰਘ ਸੰਧੂ ਹੋਰਾਂ ਨਾਲ 2532666924। ਇਸ ਤੋਂ ਇਲਾਵਾ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਜੀ ਸਾਡੇ ਸਪਾਂਸਰ ਸਰਦਾਰ ਬਲਵੀਰ ਸਿੰਘ ਉਸਮਾਨਪੁਰ, ਸਰਦਾਰ ਭਰਪੂਰ ਸਿੰਘ ਬਰਾੜ ਹੋਰੀ ਬੇਕਰਸਫੀਲਡ ਤੋਂ ਅਤੇ ਜਗਜੀਤ ਸਿੰਘ ਲੰਡਨ ਤੋਂ। ਸੋ ਸਰਦਾਰ ਜਸਵੀਰ ਸਿੰਘ ਪੱਟੀ ਦੇ ਨਾਲ ਜੁੜਨ ਤੋਂ ਪਹਿਲਾਂ ਵਪਾਰਕ ਸੁਨੇਹੇ ਲੈ ਲਈਏ ਤੇ ਫਿਰ ਹਾਜ਼ਰ ਹੋਣੇ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਜ਼ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ।
ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90-day DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਮੇਰੇ ਨਾਲ ਜੁੜ ਗਏ ਨੇ। ਭੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਪੰਜਾਬ ਦੇ ਲਈ ਅਹਿਮ ਖਬਰ ਹੈ ਸੁਖਬੀਰ ਸਿੰਘ ਬਾਦਲ ਦਾ ਕਰੋਨਾ ਪੀੜਤ ਹੋ ਜਾਣਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਵੱਡੇ ਇਕੱਠ ਕਰਕੇ ਸਰਕਾਰ ਬਣਾਉਣ ਦੀਆਂ ਲਈ ਆਪਣੀਆਂ ਜਿਹੜੀਆਂ ਤਿਆਰੀਆਂ ਵਿੱਢ ਦਿੱਤੀਆਂ ਸੀ। ਇੱਕ ਜਿਹੜੇ ਨੇ ਇਹਨਾਂ ਨੂੰ ਕਰੋਨਾ ਦਾ ਜਿਹੜਾ ਸ਼ੱਕ ਪਿਆ, ਕਿਉਂਕਿ ਸ਼ੱਕ ਵੀ ਕਿਹੜੀ ਰੈਲੀ ਤੋਂ ਬਾਅਦ ਹੋਇਆ ਉਹ ਵੀ ਤੁਹਾਨੂੰ ਪਤਾ ਹੈ। ਤੁਹਾਡੇ ਇਲਾਕੇ 'ਚੋਂ ਜੀ ਪੰਜਾਬ ਦੇ ਕਿਹੜੇ ਹਸਪਤਾਲ 'ਚ ਦਾਖਲ ਹੋਏ ਉਹ ਵੀ ਦੱਸੋ, ਤੇ ਇੱਥੋਂ ਇਹਨਾਂ ਨੂੰ ਵਿਦੰਤਾ ਭੇਜਿਆ ਗਿਆ ਜੀ। ਜਿਹੜੀ ਗੱਲ ਦੀ ਗੱਲ ਆ ਜੀ, ਉਹ ਗੁਰੂਗ੍ਰਾਮ ਹਸਪੀਟਲ ਜਿਹੜਾ ਹੈਗਾ, ਵਿਦਾਂਤਾ ਹਸਪੀਟਲ, ਉਹਦੇ ਵਿੱਚ ਪਤਾ ਨਹੀਂ ਕਿਉਂ ਲੀਡਰ ਸਾਰੇ ਕਰੋਨਾ ਪੀੜਤ ਉੱਥੇ ਜਾ ਕੇ ਭਰਤੀ ਹੋ ਗਏ ਜੀ। ਦੇਸ਼ ਦੇ ਇੱਛਾ ਸੀ ਉਹ ਪੂਰੀ ਦਿੱਲੀ ਛੱਡ ਕੇ, ਏਮਜ਼ ਛੱਡ ਕੇ ਉੱਥੇ ਵਿਦਾਂਤਾ ਜਾ ਕੇ ਭਰਤੀ ਹੋਏ, ਜਾ ਕੇ ਉੱਥੇ ਉਹਨਾਂ ਆਪਣਾ ਕਰੋਨਾ ਦਾ ਇਲਾਜ ਕਰਾਇਆ ਜੀ। ਹੁਣ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਉਹ ਉੱਥੇ ਜਾ ਕੇ ਦਾਖਲ ਹੋ ਗਏ ਤੇ ਉਹਨਾਂ ਨੇ ਫਿਰ ਕਿਹਾ ਵੀ ਜਿਹੜੇ ਲੋਕ ਮੇਰੇ ਕੰਟੈਕਟ 'ਚ ਆਏ ਨੇ ਪਿਛਲੇ ਦਿਨ ਵਿੱਚ, ਉਹ ਆਪਣਾ ਕਰੋਨਾ ਟੈਸਟ ਜ਼ਰੂਰ ਕਰਾਉਣ ਜੀ। ਦੂਜੇ ਪਾਸੇ ਬਾਦਲ ਪਿੰਡ ਦੀ ਜਿਹੜੀ ਉੱਥੇ ਡਿਸਪੈਂਸਰੀ ਜਾਂ ਹਸਪੀਟਲ ਆ, ਉੱਥੇ ਜਿਹੜੇ SMO ਬੀਬੀ ਮੰਜੂ ਆ ਜੀ, ਡਾਕਟਰ ਮੰਜੂ ਆ, ਉਹਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਰੋਨਾ ਟੋਟਲੀ ਨੈਗੇਟਿਵ ਆ। ਅੱਛਾ ਜੀ। ਉਹ ਅਸੀਂ ਟੈਸਟ ਕਰ ਲਿਆ, ਉਹ ਨੈਗੇਟਿਵ ਆ। ਅੱਛਾ ਜੀ। ਲੇਕਿਨ 3 ਗਨਮੈਨ ਜਿਹੜੇ ਉੱਥੇ ਬਾਦਲ ਪਿੰਡ ਪਾਏ ਨਾ, ਤੇ ਉਹ ਕਰੋਨਾ ਪੀੜਤ ਜ਼ਰੂਰ ਪਾਏ ਗਏ ਨੇ। ਹੁਣ ਸੁਖਬੀਰ ਸਿੰਘ ਬਾਦਲ ਦੀ ਵਿਦਾਤਾ ਚੱਲੇਗੀ, ਉਹ ਕਿੰਨਾ ਦੇਰ ਰਹਿੰਦੇ ਕਿੰਨਾ ਚਿਰ ਨਹੀਂ ਪਤਾ, ਲੇਕਿਨ ਹਾਲ ਦੀ ਘੜੀ ਉਹਨਾਂ ਦੀ ਕਰੋਨੇ ਦੀ ਦੂਸਰੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਨੈਗੇਟਿਵ ਹੁੰਦੇ ਕਿ ਪੋਜ਼ਿਟਿਵ ਹੁੰਦੇ। ਕੋਈ 3 ਰਿਪੋਰਟਾਂ ਆਉਂਦੀਆਂ ਨੇ। 3 ਰਿਪੋਰਟਾਂ ਦੇ ਵਿੱਚ ਜੇ 2 ਨੈਗੇਟਿਵ ਘੱਟੋ ਘੱਟ ਆਉਣ ਤੇ ਫਿਰ ਉਹ ਕਹਿੰਦੇ ਨੈਗੇਟਿਵ ਕਹਿੰਦੇ, ਅਦਰ ਜਿਹੜਾ ਜੇ ਇਹ 2 ਰਿਪੋਰਟਾਂ ਪੋਜ਼ਿਟਿਵ ਆ ਜਾਣ ਤੇ ਪੋਜ਼ਿਟਿਵ ਹੈਗਾ। ਹਾਂਜੀ ਹਾਂਜੀ। ਹੁਣ 3 ਰਿਪੋਰਟਾਂ ਦੀਆਂ ਵਿੱਚ ਰਿਪੋਰਟ ਕੀ ਆਉਂਦੀ ਇਹ ਤੁਹਾਨੂੰ ਬਾਅਦ ਚ ਪਤਾ ਲੱਗੂ। ਲੇਕਿਨ ਵਿਦਾਤਾ ਦੇ ਵਿੱਚ ਜਿਹੜਾ ਸੀ ਗੁਰੂਗ੍ਰਾਮ ਚ ਅੱਜ ਭਰਤੀ ਹੋ ਗਏ ਨੇ ਜੀ,
ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਜਿਹੜੀ ਰੈਲੀ ਤੋਂ ਬਾਅਦ ਜੀ, ਉਹ ਰੈਲੀ ਇਸ ਲਈ ਬੜੀ ਚਰਚਾ ਦਾ ਵਿਸ਼ਾ ਬਣੀ ਹੈ। ਤੁਹਾਨੂੰ ਪਤਾ ਹੋਏਗਾ ਵੀ ਜਿਹੜੀ ਬੀਬੀ ਪਰਨੀਤ ਕੌਰ ਬਾਦਲ ਉਹਨੇ ਕੱਲ ਆਪਣੇ ਵਰਕਰਾਂ ਨਾਲ ਵਿਜੜੇ ਖੇਮਕਰ ਹਲਕੇ ਦੀ ਸੀ ਉਹਦੀ ਕੋਠੀ ਨੰਬਰ 4 ਜਿਹੜੀ ਚੰਡੀਗੜ੍ਹ ਪਹੁੰਚ ਗਈ। ਹਾਂਜੀ, ਹੁਣ ਕਿ ਬਹਿ ਕੇ ਬਕਾਇਦਾ ਤੇ ਉਹਨਾਂ ਮੀਟਿੰਗ ਕੀਤੀ ਤੇ ਮੀਟਿੰਗ 'ਚ ਕਹਿਤਾ ਜੀ ਇਹ ਸੁਖਬੀਰ ਸਿੰਘ ਬਾਦਲ ਮੇਰੇ ਭਰਾ ਨੇ ਉਹਨਾਂ ਅਨਾਉਂਸ ਕਰਤੀ ਕਰ ਦੇਣ। ਲੇਕਿਨ ਮੇਰੇ ਫਾਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਟਿਕਟ ਮੈਨੂੰ ਬਹੁਤ ਦੇਰ ਪਹਿਲਾਂ ਅਨਾਉਂਸ ਕਰ ਚੁੱਕੇ ਆ ਜੀ, ਇੱਥੋਂ ਮੈਂ ਇਲੈਕਸ਼ਨ ਲੜਨੀ ਹੈ। ਹੁਣ ਜੇ ਉਹ ਇਹ ਗੱਲ ਕਹਿੰਦੀ ਤੇ ਆਟੋਮੈਟਿਕਲੀ ਤੁਹਾਨੂੰ ਪਤਾ ਵਾ ਵੀ ਇਹਦਾ ਦਾ ਟਕਰਾਅ ਹੋਏ ਹੋਊਗਾ। ਹੁਣ ਵਿਰਸਾ ਸਿੰਘ ਵਲਟੋਆ ਜਿਹੜੇ ਆ ਉਹ ਕਹਿੰਦੇ ਜੀ ਮੈਨੂੰ ਟਿਕਟ ਮਿਲ ਗਈ ਮੈਂ ਲੜਾਈ ਲੜਨੀ, ਉਹ ਕਹਿੰਦੇ ਮੈਨੂੰ ਮੇਰੇ ਫਾਦਰ ਦੀ ਮੈਂ ਲੜਨੀ ਜੀ। ਇਹ ਕਹਾਣੀ ਵਾਪਰੀ ਕਿਉਂ? ਹੁਣ ਮਜੀਠਾ ਸਾਹਿਬ ਨੇ ਕੀ ਕਹਿਤਾ? ਬਿਕਰਮ ਸਿੰਘ ਮਜੀਠੀਆ ਨੇ ਕਹਿਤਾ ਕਿ ਬੀਬੀ ਪਰਨੀਤ ਕੌਰ ਹੋਣੀ ਸਾਡੇ ਵੱਡੇ ਭੈਣ ਜੀ ਨੇ, ਉਹਨਾਂ ਨੂੰ ਅਸੀਂ ਮਜੀਠੇ ਤੋਂ ਚੋਣ ਲੜਾ ਸਕਦੇ ਹਾਂ। ਹਾਂਜੀ, ਮਤਲਬ ਉੱਤੇ ਇੱਕ ਪਰ ਕਹਿੰਦੇ ਮੈਂ ਕੁੱਲੇ ਨੂੰ ਨਹੀਂ ਜਾਣਦਾ, ਕੁੱਲਾ ਕੌਣ ਆ ਕਹਿੰਦੇ। ਉਹ ਚਲੋ ਕੁੱਲਾ ਤੋਂ ਬੜੀ ਛੋਟੀ ਗੱਲ, ਛੋਟੇ ਲੈਵਲ ਤੋਂ ਕੀ ਕਰਨਾ ਨਾ, ਜਦੋਂ ਬੀਬੀ ਨੇ ਆਪ ਪ੍ਰੈਸ ਨੂੰ ਦਿੱਤੇ ਕਰ ਦਿੱਤੀ ਆਪਣੀ ਮੀਟਿੰਗ ਕਰਕੇ ਤੇ ਪ੍ਰੈਸ ਰਿਲੀਜ਼ ਕਰਦਾ, ਬਾਕੀ ਕੀ ਰਹਿ ਗਿਆ? ਹੁਣ ਤੇ ਕੁੱਲਾ ਕਿਤੇ ਖਾਤੇ 'ਚ ਨਾ ਰਿਹਾ ਜੀ। ਹੋਇਆ ਕੀ ਸੀਗਾ? ਜਿਹੜਾ ਆਦੇਸ਼ ਪ੍ਰਤਾਪ ਕੈਰੋਆ ਉਹਨੂੰ ਹਰਾਉਣ ਵਾਸਤੇ ਮਜੀਠੀਆ ਨੇ ਤੇ ਇਹਨਾਂ ਦੋ ਬੰਦਿਆਂ ਨੇ ਇੱਕ ਛੱਡ ਦਿੱਤੀ ਮਲਟੋਏ ਨੇ ਜੀ। ਇਹਨਾਂ ਨੇ ਪੱਟੀ ਦੇ ਵਿੱਚ ਜਿਹੜੇ ਆਪਣੇ ਬੰਦੇ ਸੀ ਉਹਨਾਂ ਦੀ ਵੋਟ ਹਰਮਿੰਦਰ ਗਿੱਲ ਜਿਹੜਾ ਕਾਂਗਰਸੀ ਉਮੀਦਵਾਰ ਉਹਨੂੰ ਪਈ ਸੀ ਜੀ। ਹਰਮਿੰਦਰ ਗਿੱਲ ਤੇ ਵਿਰਸਾ ਸਿੰਘ ਵਲਟੋਆ ਜੋਧਪੁਰ ਜੇਲ੍ਹ 'ਚ ਇਕੱਠੇ ਰਹੇ ਨੇ। ਇਹਨਾਂ ਦੇ ਪੁਰਾਣੇ ਉਹ ਠੂਠ ਠਾਸ ਵਾਲੇ ਸੰਬੰਧ ਵੀ ਹੈਗੇ, ਠੂਠਾ ਵਾਲੇ। ਹਾਂਜੀ, ਇਕੱਠੇ। ਹਾਂਜੀ, ਜਿਹਦੇ ਇਕੱਠੇ ਸੀਗੇ। ਹੁਣ ਉਹਨਾਂ ਨੂੰ ਗੁੱਸਾ ਇਸ ਗੱਲ ਦਾ ਵਾ ਕਿ ਉਦੋਂ 7-8 ਹਜ਼ਾਰ ਵੋਟ ਇਹਨਾਂ ਦੀ ਪਾਈ ਸੀ ਉਹਦੇ ਨਾਲ ਸੀ ਹਰੇ ਨਹੀਂ ਤੇ ਹਰਦੇ ਨਹੀਂ ਸੀਗੇ। ਹੁਣ ਅਸੀਂ ਕਿਸੇ ਵੀ ਸੂਰਤ ਤੇ ਦੁਬਾਰਾ ਐਮਐਲਏ ਵਲਟੋਆ ਨੂੰ ਨਹੀਂ ਬਣ ਦੇਣਾ ਜੀ। ਜਿਹੜੀ ਮੇਨ ਲੜਾਈ ਇਹਨਾਂ ਦੀ ਹੈ, ਅਗਲੀ ਗੱਲ ਕਰਦੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਦੀ। ਤੁਹਾਨੂੰ ਪਤਾ ਹੋਏਗਾ ਕਿ ਮਨਜਿੰਦਰ ਸਿੰਘ ਜਿਹੜਾ ਸੀ ਕੰਗ, ਉਹ ਬਾਦਲ ਸਾਹਿਬ ਦੀ ਪਤਾ ਨਹੀਂ ਭੈਣ ਦਾ ਸੀ ਜਾਂ ਉਹਨਾਂ ਦੀ ਸਾਲੀ ਦਾ ਸੀ, ਕਿਹਦਾ ਸੀ, ਉਹ ਜਵਾਈ ਸੀਗਾ। ਉਹ ਵੀ ਆਪਣੇ ਆਪ ਨੂੰ ਬਾਦਲ ਸਾਹਿਬ ਦਾ ਜਵਾਈ ਦੱਸਦਾ ਸੀ ਤੇ ਬਾਦਲ ਸਾਹਿਬ ਅਕਸਰ ਜਦੋਂ ਅੰਮ੍ਰਿਤਸਰ ਆਉਂਦੇ ਸੀ ਉਹਦੀ ਕੋਠੀ ਜ਼ਰੂਰ ਜਾਂਦੇ ਸੀ ਜੀ। ਉਹਦੀ ਕੋਠੀ ਜਾਂਦੇ ਸੀ ਤੇ ਉਦੋਂ ਉਹਨੂੰ ਟਿਕਟ ਵੀ ਦਿੱਤੀ, ਉਹਨੂੰ ਐਮਐਲਏ ਵੀ ਬਣਾਇਆ, ਮੁੜ ਕੇ ਚੇਅਰਮੈਨ ਜੰਗਲਾਤ ਦਾ ਵੀ ਬਣਾਇਆ। ਕਾਫੀ ਬਾਦਲ ਸਾਹਿਬ ਨਾਲ ਲਗਾਅ ਰੱਖਦੇ ਸੀਗੇ। ਲੇਕਿਨ ਜਦੋਂ ਆਦੇਸ਼ ਪ੍ਰਤਾਪ ਸਿਆਸਤ ਆ ਗਿਆ ਤੇ ਉਹ ਫਿਰ ਜਿਹੜਾ ਹੈਗਾ ਸੀ ਮਨਿੰਦਰ ਸਿੰਘ ਕੱਗ ਦਾ ਕਾਂਟਾ। ਹੁਣ ਜਦੋਂ ਆਦੇਸ਼ ਪ੍ਰਤਾਪ ਦੀ ਪੂਰੀ ਚੜ੍ਹਾਈ ਹੋ ਗਈ ਮਾਝੇ ਦੇ ਵਿੱਚ ਇਹ ਸੀ ਵੀ ਕੋਈ ਅਫਸਰ ਕੋਈ ਕੰਮ ਹੁੰਦਾ ਸੀ ਕੈਰੋ ਪਰਿਵਾਰ ਤੋਂ ਬਗੈਰ ਪੁੱਛਿਆ ਕਰਦਾ ਨਹੀਂ ਸੀਗਾ। ਹੁਣ ਕੈਰੋ ਸਾਹਿਬ ਦਾ ਜਿਹੜਾ ਸੀ ਉਹ ਕਹਿੰਦੇ ਹੁੰਦੇ ਜਿਵੇਂ ਭਾਈਆ ਕਹਿੰਦੇ ਉਹਦੇ ਤੇ ਸਹੁਰੇ ਜਾਓ, ਜੇ ਫੁੱਫੜ ਬਣ ਕੇ ਫਿਰ ਨਾ ਸਹੁਰੇ ਜਾਓ, ਪੁੱਛਿਆ ਜੀ ਗਿਆ। ਉਹ ਹੁਣ ਫੁੱਫੜ ਬਣ ਚੁੱਕੇ ਸੀਗੇ ਤੇ ਦੂਜੇ ਪਾਸੇ ਮਾਮਾ ਜੀ ਨਵੇਂ ਬਣੇ ਸੀਗੇ ਤੇ ਮਾਮਾ ਜੀ ਦੀ ਸਿਆਸਤ ਆ ਕੇ ਫਿਰ ਕੈਰੋ ਪਰਿਵਾਰ ਦਾ ਪੱਤਾ ਕੱਟਿਆ ਗਿਆ ਤੇ ਮਾਮਾ ਜੀ ਅੱਗੇ ਜਿਹੜੇ ਸੀ ਚੌਧਰਾ ਜੀ ਉਹਨਾਂ ਦੀ ਇਹਨਾਂ ਦੀ ਮਜੀਠੀਏ ਦੀ ਤੇ ਕੈਰੋ ਪਰਿਵਾਰ ਦੀ ਬੜੀ ਦੇਰ ਦੀ ਲੱਗਦੀ ਸੀ। ਹੁਣ ਲੜਾਈ ਜਿਹੜੀ ਆ ਮਜੀਠੀਆ ਵਿਰਸਾ ਵਲਟੋਆ ਇਹ ਸਾਡੀ ਰਲਾ ਕੇ ਹੁਣ ਕੈਰੋ ਪਰਿਵਾਰ ਨੇ ਇੱਕੋ ਗੱਲ ਪੰਨ ਦਿੱਤੀ ਵੀ ਅਸੀਂ ਜੋ ਮਰਜ਼ੀ ਹੋ ਜੇ, ਅਸੀਂ ਹਾਰੀਏ ਜਾਂ ਜਿੱਤੀ, ਜੋ ਮਰਜ਼ੀ ਕਰੀਏ, ਅਸੀਂ ਖੇਮਕਰ ਤੋਂ ਵਿਰਸਾ ਸਿੰਘ ਵਲਟੋਏ ਨੂੰ ਉੱਥੋਂ ਐਮਐਲਏ ਨਹੀਂ ਬਣ ਦੇਣਾ ਕਿਉਂਕਿ ਸਾਨੂੰ ਇਹਨਾਂ ਨੇ 2017 ਦੇ ਵਿੱਚ ਸਾਡੇ ਵਿਰੁੱਧ ਵੋਟਾਂ ਪਵਾ ਕੇ ਹਰਾਇਆ ਸੀ। ਹੁਣ ਇਹ ਚੀਜ਼ ਜਿਹੜੀ ਹੈ ਗਾਂਹ ਜਾ ਕੇ ਕਿਹੜੇ ਰੰਗ ਲੈਂਦੀ ਆ ਇਹ ਪਤਾ ਨਹੀਂ। ਪੋਸੀਬਿਲਿਟੀ ਆ ਕਿ ਐਸ ਕੀ ਮਜੀਠਾ ਹਲਕੇ ਦੇ ਵਿੱਚ ਕੈਰੋ ਜਿੰਨਾ ਕੁ ਤਾਂ ਹੋਊਗਾ, ਇਹ ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਘਰਾਂ ਨੂੰ ਘਰ ਖਾਂਡੇ ਜੀ। ਪਹਿਲਾਂ ਵੇਖੋ ਮਨਜਿੰਦਰ ਸਿੰਘ ਕੰਗ ਹੋਇਆ ਜੀ, ਮੈਂ ਜਵਾਈ ਬਾਦਲ ਸਾਹਿਬ ਦਾ, ਮੁੜ ਕੇ ਅਸਲੀ ਜਵਾਈ ਸਾਹਮਣੇ ਆ ਗਿਆ। ਜਦੋਂ ਉਹ ਫੁੱਫੜ ਗੜ ਕੇ ਮਾਮਾ ਜੀ ਆ ਗਏ ਤੇ ਹੁਣ ਮਾਮਾ ਵੇਖੋ ਹੁਣ ਕਿਹੜਾ ਪਾਸੇ ਆਉਂਦਾ ਵਾ। ਲੇਕਿਨ ਹਾਲ ਦੀ ਕੜੀ ਇਹ ਅੱਗ ਜਿਹੜੀ ਲੱਗੀ ਆ ਇਹ ਬੁਝਦੀ ਨਜ਼ਰ ਨਹੀਂ ਆਉਂਦੀ। 6-7 ਮਹੀਨੇ ਪਏ ਇਲੈਕਸ਼ਨ ਦੇ ਵਿੱਚ, ਲੇਕਿਨ ਇਹ ਅਕਾਲੀ ਦਲ ਨੂੰ ਕੋਈ ਨਵਾਂ ਸੂਰਜ ਵਿਖਾਏਗੀ ਚੜ੍ਹਦਾ ਵਿਖਾ ਗਈ ਇਹ ਨਹੀਂ ਪਤਾ। ਨਹੀਂ, ਵੈਸੇ ਗੱਲ ਤੁਹਾਡੀ ਸਹੀ ਹੈ। ਜਿਵੇਂ ਮੈਨੂੰ ਉਹ ਜਗਮੋਹਨ ਕੌਰ ਦਾ ਜਿਹੜਾ ਗਾਣਾ ਜੱਟ ਅਤੇ ਝੋਟਾ ਹਾਂਜੀ ਨਹੀਂ ਉਹ ਵੈਰ ਛੱਡਦੇ ਹਾਂਜੀ, ਉਹ ਕਹਾਣੀ ਹੈ ਜਿਹੜਾ ਖੋਰ ਹੈ ਨਾ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਬੋਲਦਾ
ਇੱਕ ਕਹਾਵਤ ਕਹਿੰਦੇ ਹੁੰਦੀ, ਕੁੱਕੜ ਕਾਂ ਕਮੋ ਕਬੀਲਾ ਪਾਲਣਾ, ਜੀ ਜੱਟ ਮੈਂ ਸੰਸਾਰ ਕਰਨਾ। ਇਹ ਕਹਾਵਤਾਂ ਐਵੇਂ ਨਹੀਂ ਬੜੀਆਂ ਤੇ ਜੀ ਬੜੀਆਂ ਨੇ ਜੀ। ਇਹ ਵੀ ਗੱਲ ਬਣੀ, ਜੱਟ ਜਿਹਾ ਗਵਾਹ ਨਹੀਂ ਜੇ ਭਵੇ ਨਾ ਤੇ, ਰੇਤ ਜੀ ਕੰਧ ਨਹੀਂ ਜੇ ਢਵੇ ਨਾ ਤੇ, ਤੂਤ ਜਿਹਾ ਮੋਛਾ ਨਹੀਂ ਜੇ ਝਵੇ ਨਾ ਤੇ। ਇੱਕ ਮੈਨੂੰ ਗੱਲ ਭੁੱਲ ਗਈ ਹੈ। ਜੀ 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 ਜੀ। ਸੋ ਇਹ ਗਾਣਾ ਆਪਾਂ ਜਿਹੜਾ ਹੈ ਜੀ ਵਾਕਿਆ ਸਹੀ ਗੱਲ ਹੈ, ਜੱਟ ਅਤੇ ਝੂਟਾ ਨਹੀਂ ਉਹ ਵੈਰ ਛੱਡਦੇ। ਚਲੋ ਇਹ ਵੈਰ ਤਾਂ ਹੁਣ ਜਿਹੜਾ ਪੈ ਗਿਆ, ਝੂਟਾ ਨਹੀਂ ਵੈਰ ਛੱਡਦੇ, ਬਿਲਕੁਲ ਸਹੀ ਗੱਲ ਸੀ। ਆਹ ਚੀਜ਼ ਹੈ, ਵੱਟ ਪਿੱਛੇ ਤਾਂ ਜੱਟ ਲੜ ਪੈਂਦਾ, ਇਹ ਤਾਂ ਬੜਾ ਕੁਛ ਹੈ, ਇਹ ਤਾਂ ਵੱਡੀ ਵੱਟ ਹੈ, ਵੱਡਾ ਇਲਾਕਾ। ਤੇ ਉਧਰ ਕਹਿੰਦੇ ਜੱਟ ਜਿਹੜੇ ਨੇ ਉਹ ਮਲਿਕ ਨਾਲ ਵੈਰ ਨਹੀਂ ਛੱਡਣ ਦੇ ਹੱਕ 'ਚ ਫਿਰਦੇ, ਉਹ ਜਿੱਥੇ ਮਿਲਦੇ ਨੇ ਉੱਥੇ ਘੇਰ ਲੈਂਦੇ ਨੇ। ਹੈਂ ਬਿਲਕੁਲ ਜੀ, ਜਿਹੜੇ ਮਲਕ ਸਾਹਿਬ ਟਲਦੇ ਉਹ ਵੀ ਨਹੀਂ। ਹਾਂ, ਤੇ ਦੂਜੇ ਪਾਸੇ ਐਕਚੁਅਲੀ ਬੇਸਿਕਲੀ ਅਜੇ ਕਿਸਾਨ ਤੇ ਭਾਵੇਂ ਬਾਅਦ ਚ ਆਉਣ, ਹਾਂ, ਆਮ ਲੋਕ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ। ਸ਼ਵੇਤ ਮਲਿਕ ਨਾਲ ਸ਼ਵੇਤ ਮਲਿਕ ਨਾਲ ਪਿਆਰ ਆ। ਆਪਾਂ ਕਦੇ ਭੁੱਲ ਨਾ ਜਾਣਾ, ਸ਼ਵੇਤ ਮਲਿਕ ਦੀ ਗੱਲ ਕਰ ਰਹੇ ਆਪਾਂ। ਹਾਂ, ਸ਼ਵੇਤ ਮਲਿਕ ਦੀ ਕਹਾਣੀ ਇਹ ਹੈ ਜੀ। ਸ਼ਵੇਤ ਮਲਿਕ ਜਿਹੜਾ ਸੀ ਕੌਂਸਲਰ ਬਣ ਕੇ ਨਗਰ ਨਿਗਮ ਅੰਮ੍ਰਿਤਸਰ ਦਾ ਬਣਿਆ, ਮੇਅਰ ਬਣਿਆ। ਮੇਅਰ ਬਣ ਤੋਂ ਬਾਅਦ ਜਦੋਂ ਦੂਸਰੀ ਵਾਰੀ ਚੋਣ ਹੋਈ, ਇੱਕ ਮਾਮੂਲੀ ਜਿਹੇ ਬੰਦੇ ਨੂੰ ਹਰਾਤਾ, ਠੇਕੇਦਾਰ ਨੇ ਹਰਾਤਾ ਉਹਨੂੰ ਜੀ। ਹਾਰਨ ਤੋਂ ਬਾਅਦ ਖੁੱਡੇ ਲੈਣ ਲੱਗ ਗਿਆ। ਆਪਣੇ ਆਪ ਨੂੰ ਵਿਕਾਸਪੁਰ ਚ ਕਹਿੰਦਾ ਹੁੰਦਾ ਸੀ ਤੇ ਲੋਕ ਕਹਿੰਦੇ ਹੁੰਦੇ ਸੀ ਆ ਵਿਕਾਸਪੁਰ ਤੁਰਿਆ ਜਾਂਦਾ ਜੋ। ਹੁਣ ਵੇਖੋ ਕਿਸਮਤ ਕਿੰਨੀ ਤੇਜ਼ ਹੈ ਜੀ। ਉਧਰੋਂ ਹਾਰ ਗਿਆ, ਦੂਜੇ ਪਾਸੇ ਪੰਜਾਬ ਪ੍ਰਦੇਸ਼ ਜਿਹੜੀ ਭਾਜਪਾ ਪ੍ਰਧਾਨ ਆ ਉਹਨੂੰ ਪ੍ਰਧਾਨ ਥਾਪ ਦਿੱਤਾ ਗਿਆ ਜੀ। ਜੇ ਉੱਥੋਂ ਹਾਰ ਗਿਆ ਤੇ ਉਹਨੂੰ ਫਿਰ ਦਿੱਤਾ ਭਾਈ ਤੂੰ ਇੱਥੇ ਮੋਢਾ ਮਾਰ। ਲੇਕਿਨ ਸ਼ਵੇਤ ਮਲਿਕ ਜਿੰਨਾ ਚਿਰ ਪ੍ਰਧਾਨ ਰਹੇ ਉਹਨਾਂ ਦਾ ਕਾਫੀ ਵਿਰੋਧ ਰਿਹਾ ਜੀ। ਜਦੋਂ ਵਿਰੋਧ ਰਿਹਾ ਤੇ ਫਿਰ ਸੋਚਿਆ ਵੀ ਹੁਣ ਕਿੱਥੇ ਐਡਜਸਟ ਕਰੀਏ। ਫਿਰ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਜੀ। ਮਤਲਬ ਉਸ ਬੰਦੇ ਨੂੰ ਜਿਹੜਾ ਆਪਣੀ ਕੌਂਸਲ ਦੀ ਸੀਟ ਨਹੀਂ ਜਿੱਤ ਸਕਿਆ ਉਹਨੂੰ ਕਿੱਥੇ ਰਾਜ ਸਭਾ ਪਹੁੰਚਾ ਦਿੱਤਾ। ਅੰਮ੍ਰਿਤਸਰ ਦੇ ਡੀਸੀ ਨੇ ਜਦੋਂ ਉਹਦਾ ਸਵਾਗਤ ਨਹੀਂ ਜੀ ਗਿਆ, ਦਫ਼ਤਰ ਗਿਆ ਤੇ ਉਹਨੇ ਕਿਹਾ ਸੀ ਵੀ ਮੈਂ ਤੈਨੂੰ ਹੁਣ ਉੱਥੇ ਲੋਕ ਸਭਾ ਸੱਦਣਾ ਸਪੀਕਰ ਦੇ ਸਾਹਮਣੇ, ਤੂੰ ਮੇਰੇ ਸਮਝਿਆ ਨਹੀਂ ਵੀ ਅਸੀਂ ਪਬਲਿਕ ਦੇ ਬੰਦੇ, ਅਸੀਂ ਨੁਮਾਇੰਦੇ, ਚੁਣੇ ਨੁਮਾਇੰਦੇ, ਅਸੀਂ ਨਾਮਜ਼ਦ ਨੁਮਾਇੰਦੇ ਆ, ਰਾਜ ਸਭਾ ਮੈਂਬਰ ਆ, ਮੈਂ ਐਮਪੀ ਆ ਮੈਂ। ਉਹਨੇ ਸੱਦਿਆ ਵੀ, ਇਹ ਨਹੀਂ ਗੱਲ ਨਹੀਂ ਸੱਦਿਆ ਮੁੜ ਕੇ ਉੱਥੇ ਡੀਸੀ ਨੂੰ ਜਾ ਕੇ ਜਵਾਬ ਦੇ ਮਾਫੀ ਮੰਗਣੀ ਪਈ ਉੱਥੇ। ਹੁਣ ਸ਼ਵੇਤ ਮਲਿਕ ਨੂੰ ਜਿੱਥੇ ਵੀ ਇਹ ਜਾਂਦੇ ਪਹਿਲੀ ਗੱਲ ਤੇ ਲੋਕ ਹੀ ਘੇਰ ਲੈਂਦੇ ਜੀ ਇਹ ਭਾਜੀ ਤੁਸੀਂ ਨਾ ਆਓ ਤੇ ਮੈਨੂੰ ਕੱਲ ਸਗੋਂ ਕਿਸਾਨ ਕਹਿੰਦੇ ਤੁਸੀਂ ਸਮਝਾਓ ਭਾਈ, ਨਾਲ ਸਾਨੂੰ ਤੰਗ ਕਰਦਾ ਨਾਲ ਆਪ ਤੰਗ ਹੁੰਦਾ, ਨਾ ਜਾਵੇ ਐਵੇਂ ਕਾਹਦੇ ਲਈ। ਅਨਿਲ ਜੋਸ਼ੀ ਇਸੇ ਸਾਡੇ ਹੈਗੇ ਨੇ ਸਾਬਕਾ ਮੰਤਰੀ ਨੇ ਬੀਜੇਪੀ ਦੇ। ਅਨਿਲ ਇੱਕ ਦੋਸਤ ਨੇ ਕਿਹਾ ਜੋਸ਼ੀ ਸਾਹਿਬ ਮੇਰੇ ਘਰ ਫੰਕਸ਼ਨ ਹੈ ਤੁਸੀਂ ਜ਼ਰੂਰ ਆਉਣਾ ਜੀ। ਕਹਿੰਦਾ ਬਿਲਕੁਲ ਨਹੀਂ ਆਉਣਾ। ਕਹਿੰਦੇ ਕਿਉਂ? ਕਹਿੰਦਾ ਮੇਰਾ ਤਾਂ ਜੋ ਕੁਝ ਹੋਣਾ ਤੇਰਾ ਵੀ ਫੰਕਸ਼ਨ ਖਰਾਬ ਹੋ ਜਾਣਾ ਜੀ। ਕਹਿੰਦਾ ਚਾਰ ਕਿਸਾਨ ਝੰਡੇ ਲੈ ਕੇ ਆ ਜਾਣਾ ਜਿੰਦਾਬਾਦ ਮੁਰਦਾਬਾਦ, ਤੇਰੇ ਅੱਧੇ ਰਿਸ਼ਤੇ ਭੱਜ ਛੱਡ ਕੇ ਉੱਥੇ ਕੀ ਬਣ ਗਿਆ ਇੱਥੇ। ਇਸ ਕਰਕੇ ਉਸ ਬੰਦੇ ਨੇ ਚੁੱਪ ਕਰ ਘਰ ਬਹਿ ਗਿਆ ਵੀ ਜਿੰਨਾ ਚਿਰ ਹਾਲਾਤ ਠੀਕ ਨਹੀਂ ਹੁੰਦੇ ਉਹਨਾਂ ਚਿਰ ਮੈਂ ਨਾ ਜਾਵਾਂ। ਹੁਣ ਸ਼ਵੇਤ ਮਲਿਕ ਕੋਈ ਟਲਦੇ ਨਹੀਂ, ਉਹ ਕਿਤੇ ਕਿਤੇ ਤੁਰੇ ਰਹਿੰਦੇ ਤੇ ਕਿਸਾਨ ਫਿਰ ਆ ਜਾਂਦੇ ਡਾਂਗਾ ਫੜ ਕੇ, ਭਾਈ ਤੁਹਾਨੂੰ ਇੱਕ ਵਾਰੀ ਕਿਹਾ ਨਾ ਆਓ ਤੁਸੀਂ, ਜਾਂ ਸਾਡਾ ਮਸਲਾ ਹੱਲ ਕਰਾਓ, ਤੁਸੀਂ ਰਾਜ ਸਭਾ ਮੈਂਬਰ ਹੋ, ਤੁਸੀਂ ਜਾ ਕੇ ਗੱਲ ਕਰੋ ਸਾਡੀ, ਕਿਉਂ ਨਹੀਂ ਕਰਦੇ ਕਿਸਾਨਾਂ ਦੀ ਗੱਲ ਤੁਸੀਂ ਜੀ। ਇਸ ਕਰਕੇ ਉਹ ਵਿਚਾਰੇ ਆਦੀ ਨੇ ਕਿਉਂ ਵੀ ਮੇਰੇ ਅਖਬਾਰ ਚ ਫੋਟੋ ਛਪਦੀ ਉਹਨਾਂ ਨੇ ਵਿਰੋਧ ਕੀਤਾ। ਪਤਾ ਲੱਗ ਜੂਗਾ ਸੈਂਟਰ ਦੇ ਵਿੱਚ ਵੀ ਮੈਂ ਕੁਛ ਕਰ ਰਿਹਾ ਇੱਥੇ। ਅਸੀਂ ਕਹਿੰਦੇ ਕੋਈ ਵੱਡੀ ਘਟਨਾ ਵਾਪਰਦੀ, ਕੋਈ ਗੱਲ ਨਾ ਪੈ ਕੋਈ ਕਿਆ ਕਿਸਾਨ ਕਿਤੇ ਇਹਦੇ, ਪਰ ਫੋਰਸਸ ਕਾਫੀ ਉਹਦੇ ਗਿਆਨਮਨ ਨਾਲ ਹੁੰਦੇ ਆ ਜਿਹਦੇ ਕਰਕੇ ਬਚਾਅ ਹੋ ਜਾਂਦਾ। ਅਦਰਵਾਈਜ਼ ਘੱਟ ਕੋਈ ਨਹੀਂ। ਸਾਡੇ ਇਲਾਕੇ ਚ ਇੱਕ ਹੈਗਾ ਸੀ ਆਪਣਾ ਪਾਰਕ, ਅੱਛਾ ਜੀ, ਪਾਰਕ ਦੇ ਵਿੱਚ ਮਸ਼ੀਨਾਂ ਲੱਗਣੀਆਂ ਸੀ ਆਪਣੀਆਂ ਜਿਮ ਦੀਆਂ। ਇਹ ਚਲੇ ਗਏ ਉਦਘਾਟਨ ਕਰਨ ਵਾਸਤੇ ਵੀ ਮੈਂ ਰਾਜ ਸਭਾ ਮੈਂਬਰ ਹਾਂ। ਕਿਸਾਨ ਤੇ ਅੱਧਾ ਘੰਟਾ ਬਾਅਦ ਚ ਆਏ ਆ, ਉਹ ਲੋਕ ਹੀ ਇਕੱਠੇ ਹੋ ਗਏ, ਬੀਬੀਆਂ ਤੇ ਬੰਦੇ ਵੀ ਮੈਨੂੰ 10 ਕਿਸਾਨਾਂ ਦਾ ਕੀ ਕੀਤਾ, ਤੂੰ ਪਾਰਕ ਚ ਐਂਟਰ ਨਹੀਂ ਕਰ ਸਕਦਾ ਜੀ, ਨਹੀਂ ਐਂਟਰ ਕਰ ਦਿੱਤਾ ਉਹਨੂੰ। ਮੁੜ ਕੇ ਕਿਸਾਨ ਝੰਡੇ ਲੈ ਕੇ ਆ ਗਏ ਤੇ ਫਿਰ ਕਿਸਾਨਾਂ ਨੇ ਪੁਲਿਸ ਨੇ ਜਿਹੜੀ ਬੜੀ ਮੁਸ਼ਕਲ ਨਾਲ ਕੱਢਿਆ ਉੱਥੋਂ ਜੀ। ਮਤਲਬ ਇਹ ਲੋਕ ਆਪਣੀ ਹਾਜ਼ਰੀ ਨੂੰ ਦੀ ਖਾਤਰ ਵੀ ਜਿਹੜਾ ਇਹ ਕੰਮ ਕਰਦੇ ਆ ਜੀ, ਮੇਰੀ ਹਾਜ਼ਰੀ ਲੱਗ ਜੇ ਵੀ ਮੈਂ ਕੁਛ ਕਰ ਰਿਹਾ। ਹਾਂ ਬਿਲਕੁਲ, ਜੇ 2 ਸੋਟੀਆਂ ਵੀ ਪੈ ਗਈਆਂ ਇਹਨਾਂ ਦੀ ਤਾਂ ਹਾਜ਼ਰੀ ਉਸੇ ਦੀ ਆ। ਦੇਖੋ ਜੀ ਪਾਰਟੀ ਦੇ ਲਈ ਹਾਂਜੀ
ਬਿਲਕੁਲ ਜੀ, ਬਿਲਕੁਲ। ਅੱਛਾ, ਉਧਰ ਆਪਣੇ ਸ਼ਵੇਤ ਮਲਿਕ ਜੀ ਉਹ ਬਾਹਾਂ ਚੜਾ ਲੈਂਦੇ ਨੇ। ਦੇਖੋ ਇਹ ਅੰਦਰ ਵੜਦੇ ਆ, ਉਹ ਪੰਜਾਬੀ 'ਚ ਕਹਿੰਦੇ ਇੱਕ ਤਾਂ ਚੱਡਿਆਂ 'ਚ ਪੂਛ ਲੈਂਦਾ ਤੇ ਦੂਜਾ ਬਾਹਾਂ ਚੜਾਉਂਦਾ। ਉਹ ਵੀ ਮਲਕ ਹੀ ਹੈ, ਪਰ ਮਲਕ 'ਚ ਫਰਕ ਹੈ ਨਾ। ਫਿਰ ਮਲਕ ਵੀ ਤਾਂ ਉਹ ਯੂਪੀ ਵਾਲਾ ਮਲਕ ਹੈ। ਉਹ ਸਤਪਾਲ ਮਲਕ ਹੈ ਜੀ। ਉਹ ਸਤਿਆਪਾਲ ਮਲਕ ਨੇ, ਮੇਘਾਲਿਆ ਦੇ ਉਹ ਗਵਰਨਰ ਨੇ। ਉਹ ਅੱਜ ਰਾਜਸਥਾਨ ਦੇ ਵਿੱਚ ਇੱਕ ਫੰਕਸ਼ਨ 'ਚ ਬੋਲਦੇ ਸੀ। ਉਹਨਾਂ ਫਿਰ ਕਿਸਾਨਾਂ ਦੀ ਠੋਕ ਕੇ ਗੱਲ ਕੀਤੀ ਜੀ। ਉਹਨਾਂ ਕਿਹਾ ਕੋਈ ਜਾਨਵਰ ਮਰ ਜੇ ਤੇ ਕੁੱਤਾ ਮਰ ਜੇ ਤੇ ਸਰਕਾਰ ਦਾ ਪ੍ਰਸ਼ਨ ਵੱਡਾ ਸਰ ਆ ਜਾਂਦਾ ਸੀ, ਅਸੀਂ ਅਫਸੋਸ ਕਰਦੇ ਹਾਂ। ਉਹ 300 ਕਿਸਾਨ ਜਿਹੜੇ ਸ਼ਹੀਦ ਹੋ ਚੁੱਕੇ ਨੇ, ਮਾਰੇ ਜਾ ਚੁੱਕੇ, ਕਿ ਸਰਕਾਰ ਨੂੰ ਦੱਸਿਆ ਨਹੀਂ ਅਜੇ ਤੱਕ। ਉਹ ਸਾਡੇ ਕਿਸਾਨ ਅੰਨਦਾਤਾ ਵਾ। ਕਿਸਾਨਾਂ ਦਾ ਮਸਲਾ ਜਿਹੜਾ ਵਾ ਇਮੀਡੀਏਟਲੀ ਜਿਹੜਾ ਵਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ। ਹੁਣ ਸਤਿਆਪਾਲ ਮਲਕ ਜਿਹੜੇ ਉਹ ਆਰਐਸ ਦੇ ਬੜੇ ਵੱਡੇ ਵਰਕਰ ਨੇ ਜੀ। ਤੁਹਾਨੂੰ ਪਤਾ ਹੋਏਗਾ ਜਿਹੜੇ ਡਿਪਟੀ ਮੁਖੀ ਨੇ ਆਪਣੇ ਆਰਐਸਐਸ ਦੇ, ਸੁਰੇਸ਼ ਜੋਸ਼ੀ, ਪਿੱਛੇ ਜੇ ਉਹਨਾਂ ਦਾ ਬਿਆਨ ਆ ਗਿਆ ਸੀ ਵੀ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰਕੇ ਜਿਹੜਾ ਵਾ ਉਹ ਮਸਲੇ ਦਾ ਹੱਲ ਕਰਦੀ। ਲੇਕਿਨ ਜਿਹੜੇ ਮੁਖੀ ਨੇ ਜੀ ਉਹ ਹਾਲ ਦੀ ਕੜੀ ਇਸ ਗੱਲ ਦੇ ਹੱਕ ਚ ਨਹੀਂ। ਉਹ ਚੁੱਪ ਕਰਕੇ ਡੇਰਾ ਲਾ ਕੇ ਬੈਠੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਕਿਸਾਨ ਜੇ ਬੈਠੇ ਦੇ ਬੈਠੇ ਰਹਿੰਦੇ, ਕੁਛ ਨਹੀਂ ਹੁੰਦਾ। ਜਿੱਦਣ ਉਹਨਾਂ ਚਾਹਿਆ ਉਦੋਂ ਮਸਲਾ ਹੱਲ ਹੋ ਜਾਏਗਾ। ਇਹਦਾ ਮਤਲਬ ਕਿ ਜਿਹੜੀ ਆਰਐਸਐਸ ਆ ਉਹਦੇ ਵਿੱਚ ਵੀ ਕਈ ਧੜੇ ਆ ਜੀ। ਜਿਹੜੇ ਇੱਕ ਧੜਾ ਕਹਿੰਦਾ ਕਿਸਾਨਾਂ ਦੀ ਗੱਲ ਸੁਣੋ, ਦੂਜਾ ਦਾ ਚੁੱਪ ਕਰਕੇ ਬੈਠੇ ਰਹੋ। ਹੁਣ ਰਾਜਨਾਥ ਸਿੰਘ ਨੇ ਵੀ ਕਹਿਤਾ ਜੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਜੇ ਰਾਜਨਾਥ ਸਿੰਘ ਇੱਕ ਹੰਡੇ ਵਰਤੇ ਪੋਲੀਟੀਸ਼ੀਅਨ, ਸਾਬਕਾ ਉਹ ਪ੍ਰਧਾਨ ਰਹੇ ਨੇ ਬੀਜੇਪੀ ਦੇ ਜੀ, ਕੇਂਦਰ ਚ ਮੰਤਰੀ ਨੇ, ਕਹਿੰਦੇ ਹੁੰਦੇ ਸੀ ਕਿ ਉਹ ਧਰਨਾ ਜਿਹੜਾ ਪੂਰਾ ਨਹੀਂ ਸੀ ਗਿਣਿਆ ਜਾਂਦਾ ਜਿਹਦੇ ਵਿੱਚ ਰਾਜਨਾਥ ਸਿੰਘ ਨਹੀਂ ਸੀ ਆਉਂਦੇ। ਬਿਲਕੁਲ। ਅੱਜ ਕੱਲ ਪੂਰਾ ਹਾਸ਼ੀਏ ਚ ਧੱਕੇ ਹੋਏ ਨੇ। ਅੱਜ ਕੱਲ ਪੂਰਾ ਹਾਸ਼ੀਏ ਧੱਕੇ ਆ। ਕੁਝ ਕਿਸਾਨਾਂ ਨੇ ਕਿਹਾ ਵੀ ਸੀਗਾ ਵੀ ਇਹਦਾ ਮੋਰਚੇ ਦੀ ਕਮਾਨ ਜਿਹੜੀ ਹੈ ਨਾ ਸਾਡੇ ਨਾਲ ਗੱਲਬਾਤ ਕਰਨੀ, ਰਾਜਨਾਥ ਸਿੰਘ ਦੇ ਦਿਓ, ਮਸਲਾ ਹੱਲ ਹੋ ਜਾਏਗਾ। ਉਹ ਪਹਿਲੀ ਗੱਲ ਤਾਂ ਰਾਜਨਾਥ ਸਿੰਘ ਕਿਸਾਨ ਹੈ ਨਾ ਜੀ। ਜਿਹੜਾ ਬੰਦਾ ਕਿਸਾਨ ਹੁੰਦਾ ਉਹਨੂੰ ਕਿਸਾਨ ਦਾ ਦਰਦ ਪਤਾ ਹੁੰਦਾ। ਪੱਟੀ ਸਾਹਿਬ ਜੀ। ਅੱਛਾ ਪੱਟੀ ਸਾਹਿਬ, ਥੋੜੀ ਜਿਹੀ ਫੋਨ 'ਚ ਘੜਕਰ ਦੀ ਆਵਾਜ਼ ਜੀ ਆ ਰਹੀ ਹੈ, ਕੀ ਚੱਕਰ ਹੈ? ਥੋੜਾ ਜਿਹਾ ਸੈੱਟ ਕਰਿਓ ਇਹਨੂੰ, ਜਿਵੇਂ ਕੋਈ ਚੀਜ਼ ਖਹਿੰਦੀ ਹੁੰਦੀ ਹੈ ਤੁਹਾਡੇ ਫੋਨ ਨਾਲ। ਪਤਾ ਹੁਣ ਵੇਖੋ। ਹੁਣ ਠੀਕ ਹੈ ਜੀ, ਹੁਣ ਠੀਕ ਹੈ ਨਾ? ਹਾਂਜੀ। ਚਲੋ ਠੀਕ, ਚੰਗੀ ਗੱਲ ਜੀ। ਉਹ ਬੜੀ ਜਿਵੇਂ ਕਹਿੰਦਾ ਜਾਂ ਹੁੰਦਾ ਨਾ ਕੁਛ, ਉਵੇਂ ਫਿਰ ਡਿਸਟਰਬੈਂਸ ਆ ਰਹੀ ਸੀ ਜੀ। ਤੇ ਹੁਣ ਆਪਾਂ ਅਗਲੀ ਗੱਲ ਕਰੀਏ ਤਾਂ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਕਹਿੰਦੇ ਕੇਂਦਰ ਸਰਕਾਰ ਨਹੀਂ, ਕਹਿੰਦੇ ਇਹਦਾ ਰਾਜ ਸਰਕਾਰਾਂ ਜਿਹੜੀ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰ ਰਹੀਆਂ ਨੇ। ਸਾਡੇ ਤੇ ਐਵੇਂ ਧੱਕਾ ਲਾਈ ਜਾਂਦੇ, ਬੀਜੇਪੀ ਨੂੰ ਬਦਨਾਮ ਕਰੀ ਜਾਂਦੇ, ਮੋਦੀ ਸਰਕਾਰ ਨੂੰ ਬਦਨਾਮ ਕਰੀ ਜਾਂਦੇ। ਬਿਲਕੁਲ ਠੀਕ ਕਿਹਾ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਕੁਛ ਨਹੀਂ ਕਰ ਰਹੇ, ਇਹ ਰਾਜ ਸਰਕਾਰਾਂ ਜਿਹੜੀਆਂ ਇਹ ਮੁਕੱਦਮੇ ਦਰਜ ਕਰ ਰਹੀਆਂ ਨੇ। ਜਿੰਨੇ ਦੇਸ਼ ਧਰੋਹ ਦੇ ਮੁਕੱਦਮੇ ਹੋਏ ਆ ਉਹ ਤੁਸੀਂ ਵੇਖੋ ਯੂਪੀ 'ਚ ਜ਼ਿਆਦਾ ਹੋਏ ਆ ਜੀ, ਜਾਂ ਗੁਜਰਾਤ 'ਚ ਹੋਏ ਆ, ਜਾਂ ਮੱਧ ਪ੍ਰਦੇਸ਼ 'ਚ ਹੋਏ ਆ। ਦੇਸ਼ ਧਰੋਹ ਦੇ ਮੁਕੱਦਮੇ ਸਰਕਾਰਾਂ ਭਾਵੇਂ ਬੀਜੇਪੀ ਦੀ, ਉਹ ਕਹਿੰਦੇ ਸਾਨੂੰ ਕੋਈ ਕਹਿੰਦੇ ਮੁੱਖ ਮੰਤਰੀ ਜਾ ਕੇ ਕਹੋ ਤੁਸੀਂ। ਕੇਂਦਰ ਸਰਕਾਰ ਨੇ ਕੁਛ ਨਹੀਂ ਕੀਤਾ, ਲੇਕਿਨ ਜ਼ਿੰਮੇਵਾਰੀ ਕੇਂਦਰ ਦੀ ਬਣਦੀ ਜੀ। ਲੋਕਾਂ ਨੇ ਕੇਂਦਰ ਸਰਕਾਰ ਨੂੰ ਪੁੱਛਣਾ ਜੀ ਆਹ ਗਲਤ ਕੰਮ ਹੋ ਰਿਹਾ, ਇਹਦੇ 'ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਕਾਇਦਾ ਤੌਰ ਤੇ ਇੰਟਰਵੈਨ ਕਰ। ਇੰਨੀ ਗੱਲ ਕਹਿ ਕੇ ਜੀ ਅਸੀਂ ਤਾਂ ਨਹੀਂ ਕਰ ਰਹੇ, ਇਹ ਰਾਜ ਸਰਕਾਰਾਂ ਕਰ ਰਹੀਆਂ, ਇੰਨੀ ਗੱਲ ਕਹਿ ਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੀ। ਪੰਜਾਬ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਦੇ ਸਮੇਂ ਜਿੰਨੇ ਮੁਕੱਦਮੇ ਦੇਸ਼ 'ਚ ਹੋਏ ਸੀ ਉਹਦੀ ਸਟੇਟ ਨੇ ਕੀਤੇ ਸੀਗੇ, ਕੇਂਦਰ ਤੇ ਕੀਤੇ ਹੀ ਨਹੀਂ ਜੀ। ਜੇ ਅੱਜ ਹਰਿਆਣੇ 'ਚ ਦਰਜ ਹੋਏ ਤਾਂ ਸਟੇਟ ਨੇ ਕੀਤੀ, ਕੇਂਦਰ ਨੇ ਕੀਤੀ ਹੀ ਨਹੀਂ। ਇਸ ਕਰਕੇ ਉਹ ਸੱਚੇ ਆ, ਲੇਕਿਨ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ। ਜੇ ਗਲਤ ਹੋ ਰਿਹਾ ਤੇ ਸਟੇਟ ਨੂੰ ਤੁਸੀਂ ਪੁੱਛੋ ਜੀ ਵੀ ਇਹ ਕਿਉਂ ਹੋ ਰਿਹਾ। 7 ਸਤੰਬਰ 2016 ਨੂੰ ਜਦੋਂ ਪੱਤਰਕਾਰ ਦੇ ਲਾਠੀ ਚਾਰਜ ਹੋਇਆ ਤੇ ਸਾਡੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਕਾਇਦਾ ਤੌਰ ਤੇ ਨੋਟਿਸ ਲਿਆ ਉਹਦਾ ਜੀ। ਸਰਕਾਰ ਨੂੰ ਪੁੱਛਿਆ ਵੀ ਇੱਕ ਜਿਹੜਾ ਆਪਣਾ ਚੌਥਾ ਥੰਮ ਡੈਮੋਕ੍ਰੇਸੀ ਦਾ ਉੱਤੇ ਤੁਸੀਂ ਲਾਠੀਚਾਰਜ ਕਿਉਂ ਕੀਤਾ, ਕਾਰਨ ਕੀ ਸੀ, ਤੇ ਉਹਦੀ ਮਿਲ ਕੇ ਮਾਫੀ ਮੰਗਣੀ ਪਈ ਸਟੇਟ ਗਵਰਨਮੈਂਟ। ਇਸ ਕਰਕੇ ਉਹ ਜੇ ਕੋਈ ਜ਼ਿੰਮੇਵਾਰੀ ਸਮਝੇ, ਉਹ ਆਪਣਾ ਜਿਹੜਾ ਕੇਂਦਰੀ ਰਾਜ ਗ੍ਰਹਿ ਮੰਤਰੀ ਮਿਨਿਸਟਰ ਦੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
ਇਹ ਕਹਿ ਕੇ ਜਮਹੂਰੀਅਤ ਭੱਜਣਾ ਵੀ ਸਟੇਟ ਨੇ ਦਰਜ ਕੀਤੇ, ਅਸੀਂ ਦਰਜ ਨਹੀਂ ਕੀਤੇ, ਬਿਲਕੁਲ ਗਲਤ ਹੈ ਜੀ ਜੀ। ਤੇ ਹੁਣ ਆਪਾਂ ਜਿਹੜੀ ਮੇਨ ਕਈ ਗੱਲਾਂ ਆਪਣੇ ਬੜਾ ਹੈਗਾ, ਤੇ ਕਹਿੰਦੇ ਉਧਰ ਭਾਜਪਾ ਦੇ ਵਿੱਚ ਵੀ ਭਾਂਡੇ ਟਿੰਡੇ ਖਿੱਲਰਦੇ ਨਜ਼ਰ ਆ ਰਹੇ ਆ ਬੰਗਾਲ 'ਚ। ਉਹ ਕਹਿੰਦਾ ਮੈਨੂੰ ਨਹੀਂ ਟਿਕਟ ਦਿੱਤੀ, ਉਹ ਕਹਿੰਦਾ ਮੈਨੂੰ ਨਹੀਂ ਟਿਕਟ ਦਿੱਤੀ। ਇਹ ਕਾਫੀ ਕੁਝ ਹੋ ਰਿਹਾ ਜੀ। ਹਾਂਜੀ, ਇਹਦੇ ਵਿੱਚ ਇਹ ਰਿਹਾ ਵੀ ਤੀਸਰੇ ਤੇ ਚੌਥੇ ਚਰਨ ਦੀਆਂ ਜਿਹੜੇ ਵੋਟਾਂ ਪੈਣੀਆਂ ਉਹਨਾਂ ਦੀ ਟਿਕਟਾਂ ਦੀ ਵੰਡ ਹੋਣੀ ਸੀ ਜੀ। ਟਿਕਟਾਂ ਦੀ ਜਦੋਂ ਵੰਡ ਹੋਣੀ ਸੀ ਤੇ ਉੱਥੇ ਜਿਹੜਾ ਕਲਕੱਤੇ 'ਚ ਆਫਿਸ ਇਹਨਾਂ ਦਾ ਹੈਗਾ ਭਾਜਪਾ ਦਾ, ਉੱਥੇ ਲੋਕ ਆ ਗਏ ਵੀ ਅਸੀਂ ਜੁੱਤੀਆਂ TMC ਦੀਆਂ ਹੀ ਖਾਂਦੇ ਰਹੇ, ਹਾਂ, ਛਿੱਤਰ ਅਸੀਂ ਪੁਲਿਸੋਂ ਅਸੀਂ ਖਾਂਦੇ ਰਹੇ, ਮਜ਼ਾਰੇ ਅਸੀਂ ਕਰਦੇ ਰਹੇ, ਧੱਕੇ ਅਸੀਂ ਖਾਦੇ, ਤੇ ਟਿਕਟਾਂ ਫਿਰ ਜੜ ਕੇ TMC ਚੋਂ ਆ ਕੇ ਉਹ ਲੈ ਰਹੇ। ਉਹ ਲੈ ਕੇ ਗੱਲ ਤਾਂ ਸਿਆਣੀ ਹੈ। ਹਾਂ, ਉੱਥੇ ਰਵਿੰਦਰ ਨਾਥ ਭੱਟਾਚਾਰੀਆ ਦਾ 99 ਸਾਲ ਦੀ ਉਹਦੀ ਉਮਰ, 89 ਰੀਅਲ, ਉਹਨੂੰ ਟਿਕਟ ਦਿੱਤੀ। ਉਹ TMC ਦੇ ਵਿੱਚੋਂ ਆਇਆ ਵਾ, ਅੱਛਾ, ਮਮਤਾ ਦੀ ਪਾਰਟੀ ਚੋਂ ਆਇਆ ਵਾ, ਉਹਨੂੰ ਟਿਕਟ ਦਿੱਤੀ। ਤੇ ਉੱਥੇ ਲੋਕਾਂ ਨੇ ਰੌਲਾ ਪਾਤਾ ਵੀ ਆਹ ਜਿਹੜੇ ਬਾਕੀ ਬੰਦੇ, ਇਹ ਬੰਦੇ ਨਹੀਂ ਜਿਹੜੇ ਗਦਾ ਦੇ ਦੂਜੀਆਂ ਪਾਰਟੀ ਜਾ ਕੇ ਟਿਕਟ ਦੇ ਰਹੇ ਤੁਸੀਂ ਉਹਨਾਂ ਨੂੰ। ਉਹਨਾਂ ਨੇ ਉੱਥੇ ਦਫ਼ਤਰ ਦੀ ਭੰਨਤੋੜ ਵੀ ਕੀਤੀ ਹੈ, ਉੱਥੇ ਕੁਰਸੀਆਂ ਵੀ ਭੰਨੀਆਂ, ਆਪਣੇ ਲੀਡਰਾਂ ਨੂੰ ਘੁਸਣਮੁਖੀ ਵੀ ਕੀਤਾ ਵਾ, ਆਪਣੇ ਜਿਹੜੀ ਦਫ਼ਤਰ ਦੀ ਭੰਨਤੋੜ ਕੀਤੀ ਹੈ। ਉਹਨੂੰ ਪੁਲਿਸ ਨੂੰ ਉੱਥੇ ਲਾਠੀ ਚਾਰਜ ਕਰਨਾ ਪਿਆ ਜੀ ਵੀ ਸ਼ਾਂਤ ਕਰਨ ਵਾਸਤੇ। ਮੁੜ ਕੇ ਅਮਿਤ ਸ਼ਾਹ ਨੇ ਆਪਣੇ ਸਾਰੇ ਦੌਰੇ ਇਮੀਡੀਏਟਲੀ ਰੱਦ ਕਰ ਦਿੱਤੇ। ਜਿਹੜਾ ਦਲੀਪ ਘੋਸ਼ ਆ ਉੱਥੋਂ ਦਾ ਪ੍ਰਧਾਨ ਤੇ ਜਿਹੜੇ ਬਾਕੀ ਲੀਡਰ, ਉਹ ਦਿੱਲੀ ਬੁਲਾ ਲੈ ਗਏ ਵੀ ਆ ਕੇ ਮੇਰੇ ਨਾਲ ਗੱਲਬਾਤ ਕਰੋ ਜੀ। ਅੱਜ ਇਹਨਾਂ ਦੀ ਮੀਟਿੰਗ ਹੈਗੀ ਸੀ, ਉਸ ਮੀਟਿੰਗ 'ਚ ਕੀ ਹੱਲ ਹੋਇਆ ਕੀ ਨਹੀਂ ਇਹ ਨਹੀਂ ਪਤਾ। ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਇਹ ਕਹਿੰਦੇ ਸੀ ਵੀ ਵੇਖੋ ਅਸੀਂ 75 ਸਾਲ ਤੋਂ ਉੱਪਰ ਵਿਅਕਤੀ ਨੂੰ ਟਿਕਟ ਨਹੀਂ ਦੇ ਸਕਦੇ। ਸਾਡੇ ਅਸੂਲ ਨੇ ਜਿਹੜਾ ਬੰਦਾ 75 ਸਾਲ ਪੂਰੇ ਕਰ ਜਾ ਉਹਨੂੰ ਅਸੀਂ ਮਾਰਕ ਦਰਸ਼ਨ ਮੰਡਲ 'ਚ ਭੇਜਦੇ ਹਾਂ। ਉਹ ਕਿਉਂਕਿ ਉਹ ਭੇਜਣਾ ਸੀ ਨਾ ਆਪਣੇ ਅਡਵਾਨੀ ਸਾਹਿਬ ਨੂੰ। ਹਾਂ, ਅਡਵਾਨੀ ਸਾਹਿਬ ਨੂੰ ਭੇਜਤਾ। ਹੁਣ ਇੱਕ ਪਾਸੇ ਤੁਸੀਂ ਇਹ ਰਵਿੰਦਰ ਨਾਥ ਭੱਟਾਚਾਰੀਆ, ਦੂਜੇ ਪਾਸੇ ਇਹ 89 ਜੀਰ ਆ, ਜਿਹੜਾ ਦੂਸਰਾ ਉਹ ਵੀ 89 ਜੀਰ ਜਿਹੜਾ ਕੈਬਨਿਟ ਦਿੱਤੀ ਟਿਕਟ ਉਹਨੂੰ, ਸ਼੍ਰੀ ਧਰਨ ਜਿਹੜਾ ਮੈਟਰੋਮੈਨ ਜੀ, ਉਹਦੀ ਉਮਰ ਵੀ ਇੰਨੀ ਹੈ। ਹੁਣ ਇਹ ਪੰਗਾ ਅਜੇ ਗਾਂਹ ਵੀ ਪੈਣਾ ਵੀ ਤੁਸੀਂ ਇਹਨਾਂ ਨੂੰ ਟਿਕਟ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ। 8 MP ਨੂੰ ਟਿਕਟ ਦਿੱਤੀ ਗਈ ਆ ਬੰਗਾਲ ਦੇ ਵਿੱਚ ਜੀ, ਕਿ ਜਿਹੜੇ ਆਮ ਲੋਕ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਹੈਗੇ, ਉੱਥੇ ਵੀ ਹਾਰਨਾ ਹੀ ਆ ਤੇ ਕੀ ਫਾਇਦਾ ਪੈਸੇ ਲਾਵਾਂਗੇ ਇੱਥੇ। 8 MP ਨੂੰ ਕਿਹਾ ਵੀ ਤੁਸੀਂ ਇਲੈਕਸ਼ਨ ਲੜੋ। ਆਹ ਜਿਹੜੇ ਕਿਸਾਨ ਗਏ ਆ, ਕਿਸਾਨਾਂ ਦਾ ਪ੍ਰਭਾਵ ਪੈ ਗਿਆ। ਜਿਹੜੀ ਬੀਬੀ ਮਮਤਾ ਜਿਹੜੀ ਪਹਿਲਾਂ ਇਹ ਗਈ ਸੀ ਉਹ ਬੈਕਫੁੱਟ ਤੇ ਸੀਗੀ ਜੀ, ਜਦੋਂ ਉਹਦੇ ਸੱਟ ਲੱਗੀ ਆ ਉਹ ਫਰੰਟ ਫੁੱਟ ਤੇ ਆ ਗਈ ਹੈ। ਜਿਹੜੀ ਹੁਣ ਸਪੀਚ ਕਰਦੀ ਹੈ ਲੋਕਾਂ ਦੀ ਹਮਦਰਦੀ ਉਹਨਾਂ ਨਾਲ ਹੁੰਦੀ ਹੈ। ਇਸ ਕਰਕੇ ਉਹਨਾਂ ਦੀ ਜਿਹੜੀ ਭੰਨਤੋੜ ਉੱਥੇ ਹੋਈ ਹੈ ਦਫ਼ਤਰ ਦੇ ਵਿੱਚ, ਲੋਕਾਂ ਨੇ ਲੀਡਰ ਨੂੰ ਘਸੋਨੇ ਵੀ ਫੇਰਿਆ ਵਾ। ਇਹਦਾ ਮਤਲਬ ਕਿ ਜਿਹੜੀ ਬੰਗਾਲ ਭਾਜਪਾ ਦੇ ਸੁਪਨੇ ਵੱਡੇ ਵੱਡੇ ਸਿਰਜੇ ਸੀ ਵੀ ਇੱਥੇ ਸਰਕਾਰ ਬਣਾਵਾਂਗੇ, ਆਹ ਬਣਾਵਾਂਗੇ, ਉਹ ਕਰਾਂਗੇ, ਉਹ ਉਹਨਾਂ ਦੇ ਸਾਕਾਰ ਹੁੰਦੇ ਨਜ਼ਰ ਨਹੀਂ ਆ ਰਹੇ। ਕਿਉਂਕਿ ਕੱਲ ਤੁਹਾਨੂੰ ਪਤਾ ਹੋਏਗਾ, ਤੁਸੀਂ ਸੁਣੀ ਹੋਗੀ ਵੀਡੀਓ ਇੱਕ ਜੀ, ਉਹਦੇ ਵਿੱਚ ਗ੍ਰਹਿ ਮੰਤਰੀ ਸਾਹਿਬ ਕਹਿ ਰਿਹਾ ਕਿ ਮੈਂ ਆਪਣੀਆਂ ਰੈਲੀ ਇਸ ਕਰਕੇ ਰੱਦ ਕਰ ਰਿਹਾ ਵੀ ਮੇਰਾ ਹੈਲੀਕਾਪਟਰ ਠੀਕ ਨਹੀਂ। ਦੱਸ ਪਤੰਦਰਾ ਹੈ, ਗ੍ਰਹਿ ਮੰਤਰੀ ਦਾ ਹੈਲੀਕਾਪਟਰ ਤੂੰ ਭਾਵੇਂ 2 ਮਿੰਟਾਂ ਸਰਕਾਰੀ ਮੰਗਾ ਲੈ, ਐਡੀ ਕਿੱਡੀ ਗੱਲ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਤੇ ਗੱਲ ਵਿਚਲੀ ਇਹ ਸੀ ਵੀ ਲੋਕ ਵਿਰੋਧ ਕਰਨੇ, ਲੋਕ ਉੱਥੇ ਆ ਰਹੀ। ਪਰਸੋਂ ਇੱਕ ਬੀਬੀ ਨੇ ਉੱਥੇ ਕਾਲੀਆਂ ਝੰਡੀਆਂ ਵਿਖਾਤੀਆਂ ਨੇ ਪੰਡਾਲ ਜਾ ਕੇ। ਅੱਛਾ ਜੀ। ਭਾਵੇਂ ਚਲੋ ਉਹਦੇ ਨਾਲ ਤੁਸੀਂ ਜੋ ਘੁਸਣਮੁਖੀ ਕਰਨਾ ਕੀਤਾ ਵੱਖਰੀ ਗੱਲ ਸੀ, ਉੱਤੇ ਚੜ੍ਹ ਕੇ ਝੜੀ ਪਕੜੀ ਵਿੱਚ ਕਾਲੀ ਝੰਡੀ ਦਾ ਗੋ ਬਗਦ ਨਾ ਰਹੇ ਉੱਤੇ। ਜੇ ਤੁਹਾਡੇ ਪੰਡਾਲ ਚ ਆ ਕੇ ਇਹੋ ਜਿਹੇ ਲਾਉਂਦੇ ਆ, ਲਹਿਰ ਲੱਗਦੇ ਆ, ਕਾਲੀਆਂ ਝੰਡੀਆਂ ਵਿਖਾਈ ਜਾਂਦੀ, ਬਾਕੀ ਕੀ ਰਹਿ ਗਿਆ। ਤੇ ਪੱਟੀ ਸਾਹਿਬ ਇੱਕ ਚੀਜ਼ ਦੱਸੋ, ਜੇ ਆਪਾਂ ਗੱਲ ਕਰੀਏ ਤਾਂ ਦੇਖੋ ਹੁਣ ਜਦੋਂ ਕਿਸੇ ਨੂੰ ਟਿਕਟਾਂ ਨਹੀਂ ਮਿਲਦੀਆਂ ਉਦੋਂ ਕਹਿ ਦਿੰਦੇ ਜੀ ਸਾਡੇ ਲਈ ਤਾਂ ਪਾਰਟੀ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ, ਫਿਰ ਗੁਆਂਢੀਆਂ ਦੇ ਜਾ ਵੜਦੇ ਆ। ਹੁਣ ਗੁਆਂਢੀ ਵੀ ਉਦੋਂ ਫਿਰ ਲੋੜ ਤੱਕ ਤਾਂ ਦੇ ਦਿੰਦੇ ਆ, ਹੈ ਜੀ। ਤੇ ਹੁਣ ਜੇਕਰ ਆਪਾਂ ਗੱਲ ਕਰ ਲਈਏ ਤਾਂ ਨਵਜੋਤ ਕੌਰ ਸਿੱਧੂ ਜੀ ਨੂੰ ਮਾਣ ਸਨਮਾਨ ਦੇ ਦਿੱਤਾ, ਫਿਰ ਕਹਿੰਦੇ ਜੱਟ ਬੀਬੀਆਂ ਦੀ ਤੁਸੀਂ ਭਾਈ ਪ੍ਰਧਾਨਗੀ ਕਰੋ। ਹੁਣ ਇਹ ਉੱਥੇ ਜਾਣਗੇ ਕਿ ਨਹੀਂ ਜਾਣਗੇ? ਵੇਖੋ ਜੀ, ਉਹ ਕਹਿੰਦੀ ਸੀ ਬੀਬੀ, ਉਹਨੇ ਇੰਨੀ ਗੱਲ ਕਹੀ ਵੀ ਮੈਂ ਬੜੀ ਦੇਰ ਤੋਂ ਕਿਸਾਨਾਂ ਨਾਲ ਜੁੜੀ ਹੈ ਜੀ,
ਮੈਂ ਬੜੀ ਦੇਰ ਤੋਂ ਉੱਥੇ ਲੰਗਰ ਚਲਾ ਰਹੀ ਹਾਂ, ਲੇਕਿਨ ਸਾਨੂੰ ਉੱਥੇ ਹੁਕਮ ਨਹੀਂ ਸੀ ਵੀ ਤੁਸੀਂ ਪੋਲੀਟੀਕਲ ਬੰਦੇ ਹੋ ਤੇ ਤੁਸੀਂ ਇੱਥੇ ਨਹੀਂ ਆ ਸਕਦੇ। ਮੈਂ ਚਾਹੁੰਦੀ ਸੀ ਜਾਣਾ ਉੱਥੇ, ਆਪਣਾ ਭਾਸ਼ਣ ਵੀ ਕਰਦੀ, ਕਿਸਾਨਾਂ ਦਾ ਹਮਦਰਦ ਵੀ ਕਰਦੀ, ਜੋ ਤਿਲ ਫੁੱਲ ਹੁੰਦਾ ਉਹ ਵੀ ਭੇਟ ਕਰਦੀ ਜੀ। ਹੁਣ ਉਹ ਬੀਬੀ ਨੇ ਇੰਨੀ ਗੱਲ ਕਹਿਤੀ ਵੀ ਮੈਂ ਜਾਊਂਗੀ, ਉਹਨੂੰ ਜੱਟ ਮਹਾਂਸਭਾ ਦੀ ਇਸਤਰੀ ਵਿੰਗ ਦਾ ਪ੍ਰਧਾਨ ਥਾਪ ਦਿੱਤਾ ਗਿਆ ਜੀ ਜੀ। ਉਹਨੇ ਕਹਿਤਾ ਜੀ ਮੇਰਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹੜੀ ਨਵਜੋਤ ਸਿੰਘ ਦੀ ਗੱਲ ਉਹ ਨਵਜੋਤ ਨੂੰ ਪੁੱਛੋ ਜੀ। ਲੇਕਿਨ ਮੈਂ ਇਹ ਗੱਲ ਕਹੂੰਗੀ, ਉਹ ਧਾਕੜ ਕਿਸੇ ਨਾਲ ਹੁੰਦਾ ਵਾ, ਜੋ ਮਰਜ਼ੀ ਸਟੇਟਸ ਪਾਵੇ, ਉਹ ਬੰਦਾ ਦਿਲ ਛੱਡਣ ਵਾਲਾ ਨਹੀਂ। ਭਾਵੇਂ ਅੱਜ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਹੈਗੀ ਆ, ਹੋ ਗਈ, ਮੈਨੂੰ ਲੱਗਦਾ ਜੱਫੀਆਂ ਪਈਆਂ ਆ ਗਈਆਂ ਜੀ ਜੀ ਜੀ। ਹਾਂ ਜੱਫੀਆਂ ਅੱਜ ਉਹਨਾਂ ਨੂੰ ਕੋਈ ਅਹੁਦਾ ਅੱਜ ਉਹਨਾਂ ਨੂੰ ਅਹੁਦਾ ਮਿਲ ਵੀ ਜਾਂਦਾ ਵਾ ਤੇ ਥੋੜੇ ਸਮੇਂ 'ਚ ਕੋਈ ਬਹੁਤੀ ਕੰਮ ਨਹੀਂ ਹੋ ਸਕਣਾ। ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਜੀ ਵੀ ਸਿੱਧੂ ਜੇ ਕੋਈ ਅਹੁਦਾ ਲੈ ਕੇ ਤੇ ਕੰਮ ਕਰ ਲੂਗਾ, ਕੰਮ ਬਿਲਕੁਲ ਨਹੀਂ ਹੋਣਾ ਇਸ ਵੇਲੇ। ਇਸ ਵੇਲੇ ਜੋ 20 ਮਹੀਨੇ ਤੁਸੀਂ ਘਰ ਬਤਾ ਲਏ ਆ, ਹੁਣ ਤੁਸੀਂ ਜੇ ਲੈਣੇ ਹੋ ਤੇ ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ। ਉਹਨੇ ਠੋਕ ਵਜਾ ਕੇ ਬੀਬੀ ਨੇ ਨਹੀਂ ਗੱਲ ਕਹੀ ਹੈ। ਅੱਛਾ ਕਹਿਤੀ ਬੀਬੀ ਨੇ, ਮੈਂ ਕਹਿਤੀ ਮੈਂ ਆਪਣੀ ਗੱਲ ਕਰਦੀ, ਆਪਣੀ ਗੱਲ ਕਰਦੀ ਹੈ ਵੀ ਵੇਖੋ ਜਿਹੜੀ ਮੈਂ ਆਪਣੀ ਗੱਲ ਕਰਦੀ, ਮੈਂ ਪਹਿਲਾਂ ਵੀ ਕਹਿ ਦਿੱਤਾ ਸੀ ਮੈਂ ਕਾਂਗਰਸ ਛੱਡੀ ਕਿਉਂਕਿ ਮੈਨੂੰ ਇੱਥੋਂ ਜਿਹੜਾ ਵਾ ਬਹੁਤਾ ਇਨਸਾਫ ਨਹੀਂ ਮਿਲਿਆ ਕਿਸੇ ਪਾਸਿਓਂ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ। ਜੇ ਬਾਦਲ ਸਾਹਿਬ ਦੀ ਗੱਲ ਸੀ ਤੇ ਉਦੋਂ ਵੀ ਸਾਨੂੰ ਜਾ ਕੇ ਜਿਹੜਾ ਸੀ ਇਹਨਾਂ ਦੇ ਵਿੱਚ ਲਾਈਨਾਂ 'ਚ ਲੱਗ ਕੇ ਜਿਹੜੇ ਸੀ ਕੰਮ ਕਰਾਉਣੇ ਪੈਂਦੇ ਸੀ ਜੀ। ਜੇ ਉਦੋਂ ਬਾਅਦ ਜੇ ਮੈਨੂੰ ਪਾਰਲੀਮੈਂਟ ਸੈਕਟਰੀ ਬਣਾਇਆ ਤੇ ਮੈਂ ਜਾ ਕੇ ਰੇਡ ਕੀਤੇ, ਉਹ ਵੀ ਇਹਦਾ ਵਿਰੋਧ ਕੀਤੀ, ਮੈਂ ਜਾ ਕੇ ਬੰਦਾ ਸਸਪੈਂਡ ਕਰਦੀ ਸੀ, ਬੰਦ ਕਰ ਦਿੰਦੇ ਸੀ। ਇਸ ਕਰਕੇ ਮੈਨੂੰ ਇਹਨਾਂ ਤੇ ਕੋਈ ਯਕੀਨ ਨਹੀਂ। ਹੁਣ ਕਿਸਾਨਾਂ ਦੀ ਗੱਲ, ਮੈਂ ਕਿਸਾਨਾਂ ਜਾਊਂਗੀ, ਆਪਣੀ ਗੱਲ ਕਰੂੰਗੀ, ਉਹਨਾਂ ਦਾ ਹਮਦਰਦੀ ਪ੍ਰਗਟ ਕਰੂੰਗੀ, ਜੋ ਵੀ ਮੇਰੀ ਡਿਊਟੀ ਲਾਉਣਗੇ, ਰੋਟੀਆਂ ਪਕਾਉਣ ਦੀ ਲਾਉਣ, ਸਪੀਚ ਕਰਨ ਦੀ ਲਾਉਣ, ਜੋ ਵੀ ਲਾਉਣਗੇ ਉਹ ਕੰਮ ਕਰੂੰਗੀ। ਚਲੋ ਚੰਗੀ ਗੱਲ ਹੈ, ਪਰ ਜ਼ਬਾਨ ਥੋੜੀ ਜੀ ਕਹਿ ਦਿਓ ਬੀਬੀ ਜੀ ਧਿਆਨ ਨਾਲ, ਹੈ ਵੀ ਐਵੇਂ ਸੂਈ ਚੱਕ ਦਿਓ। ਉਹ ਗੱਲ ਠੀਕ ਹੈ ਜੀ। ਹੁਣ ਮੈਂ ਅਗਲੀ ਕਹਿੰਦੇ ਖੁਰ ਕਰਦੇ ਨਾਲੇ ਜੋੜਦੇ ਕਰੋ, ਜੋੜੋ। ਜਿਹੜੀ ਗੱਲ ਆਪਾਂ ਕੀਤੀ ਆ ਜੀ ਫੰਡਾਂ ਦੀ, ਉੱਥੇ ਅਮਰੀਕ ਸਿੰਘ ਹੈਗੇ ਨੇ ਕਿਸਾਨ ਆਗੂ ਜਿਹੜੇ ਸਟੇਜ ਦੇ ਇੰਚਾਰਜ ਨੇ ਜੀ, ਉਹਨਾਂ ਨੇ ਇੰਨੀ ਗੱਲ ਕਹੀ ਜਿਹੜੇ ਫੰਡ ਆ ਉਹ ਸਾਨੂੰ ਇੱਥੇ ਸਟੇਜ ਤੋਂ ਬੰਦੇ ਅਨਾਉਂਸ ਕਰ ਜਾਂਦੇ, ਮੁੜ ਕੇ ਦਿੰਦੇ ਨਹੀਂ, ਉਹ ਰੌਲਾ ਪੈ ਜਾਂਦਾ ਮਗਰੋਂ, ਤੇ ਮੁੜ ਕੇ ਜਿਹੜੀ ਕਈ ਬੰਦੇ ਚੈੱਕ ਆਉਂਦੇ ਚੈੱਕ ਦੇ ਜਾਂਦੇ, ਉਹ ਬਹੁਤੇ ਚੈੱਕ ਸਾਡੇ ਕੋਲ 150 ਰੁਪਏ ਪਏ ਇੱਥੇ, ਉਹ ਕਲੀਅਰ ਹੀ ਨਹੀਂ ਹੋਏ। ਅੱਛਾ ਜੀ। ਉਹਨਾਂ ਕਿਹਾ ਵੀ ਦਲਜੀਤ ਦੋਸਾਂਝ ਜਿਹੜਾ ਵਾ 1 ਕਰੋੜ 20 ਲੱਖ ਰੁਪਇਆ ਗੱਲ ਕੇ ਦਿਆਂਗੇ। ਉਹਨੇ ਕਿਹਾ 20 ਲੱਖ ਕਿਸਾਨਾਂ ਨੂੰ ਦੇਊਂਗਾ ਤੇ 1 ਕਰੋੜ ਜਿਹੜੇ ਸਾਡੇ ਕਿਸਾਨਾਂ ਦੀ ਡੈਥ ਹੋ ਚੁੱਕੀ ਉਹਨਾਂ 'ਚ ਵੰਡਾਂਗੇ ਜੀ। ਲੇਕਿਨ ਅੱਜ ਤੱਕ ਨਾ ਉਹਦਾ 1 ਕਰੋੜ ਨਾ 20 ਲੱਖ ਹੈ। ਲੈ ਦੱਸ ਭਲਿਆ ਮਾਨਸਾ ਤੂੰ। ਉਹਨੇ ਕਿਹਾ ਢੱਡਰੀਆਂ ਵਾਲੇ ਜਿਹੜੇ ਰਣਜੀਤ ਸਿੰਘ ਉਹ 21 ਲੱਖ ਦਾ ਅਨਾਉਂਸ ਕਰਕੇ ਗਿਆ ਸੀ, ਅੱਜ ਤੱਕ ਉਹਨਾਂ ਦਾ 21 ਲੱਖ ਨਹੀਂ ਆਇਆ। ਇਸ ਕਰਕੇ ਹੁਣ ਅਸੀਂ ਇਹ ਸ਼ੁਰੂ ਕਰ ਦਿੱਤਾ ਕਿ ਜਿਹੜਾ ਵੀ ਬੰਦਾ ਕੋਈ ਦਾਨ ਦੇਣਾ ਚਾਹੁੰਦਾ ਵਾ ਉਹ ਨਗਦਾਂ ਦੀ ਥੈਲੀ ਲਿਆਵੇ ਜਾਂ ਡਰਾਫਟ ਲਿਆਵੇ। ਹਾਂ, ਕਿਉਂਕਿ ਸਾਡਾ 3 ਲੱਖ ਤੋਂ ਲੈ ਕੇ 5 ਲੱਖ ਦਾ ਰੋਜ਼ ਦਾ ਖਰਚਾ ਇੱਥੇ ਹੈਗਾ। ਕਿਉਂ ਕਿਸੇ ਨੂੰ ਪਾਣੀ ਲੈ ਕੇ ਦੇਣਾ, ਕਿਸੇ ਨੂੰ ਰਾਸ਼ਨ ਲੈ ਕੇ ਦੇਣਾ, ਕਿਸੇ ਨੂੰ ਗੈਸ ਲੈ ਕੇ ਦੇਣੀ, ਅਸੀਂ ਲੈ ਕੇ ਦੇਣੀ। ਗੱਡੀ ਆ ਜਾਂਦੀ ਹੈ, ਜਿਹਨੂੰ ਗੈਸ ਚਾਹੀਦੀ ਗੈਸ ਮਿਲ ਜੇ, ਜਿਹਨੂੰ ਜੋ ਚੀਜ਼ਾਂ ਮਿਲਦਾ ਉਹਨੂੰ। ਇਸ ਕਰਕੇ 3 ਤੋਂ ਲੈ ਕੇ 5 ਲੱਖ ਦਾ ਖਰਚਾ ਇੱਥੇ ਹੈਗਾ ਵਾ। ਤੇ ਸਾਡੀ ਵੀ ਮਦਦ ਕਰੋ, ਕਿਸਾਨ ਮੋਰਚੇ ਨੂੰ ਕਾਮਯਾਬ ਕਰੋ। ਲੇਕਿਨ ਚੈੱਕ ਲੈਣੇ ਅਸੀਂ ਟੋਟਲੀ ਬੰਦ ਕਰਤੇ ਵੀ ਜਿਹੜੇ ਚੈੱਕ ਪਹਿਲੇ ਸਾਡੇ ਕੋਲ 150 ਰੁਪਏ, ਤੁਸੀਂ ਉਹਨਾਂ ਦਾ ਕੀ ਕਰੀਏ? ਕਿਉਂਕਿ ਉੱਤੇ ਅਨਾਉਂਸ ਕਰ ਦਿੰਦੇ ਆ ਇੰਨੇ ਪੈਸੇ ਆ ਗਏ, ਲੋਕ ਕਹਿੰਦੇ ਬੜੇ ਪੈਸੇ ਇਕੱਠੇ ਕਰ ਲਏ ਤੇ ਪੱਲੇ ਥੱਲੇ ਕੱਖ ਨਹੀਂ ਪੈਂਦਾ ਜੀ। ਇਹ ਬੜਾ ਜਿਹਨੂੰ ਆਖੀਏ ਨਾ ਵਾਹ ਖੱਟ ਲਈ, ਉਦੋਂ ਦੀਲ ਜਸਾਂ ਦੀ ਬੱਲੇ ਬੱਲੇ ਵੀ ਅਸੀਂ ਕਰਾਤੀ ਹੈ। ਨੇਰੀ ਉਹਨੇ ਗੱਲਾਂ ਬਾਤਾਂ ਜੀ ਨੇਰੀ ਠਾ ਗਿਆ ਫਿਰ ਤਾਂ ਉਹ ਹੈ। ਬਿਲਕੁਲ ਭਮੀਰੀ ਬਣਾ ਗਿਆ ਗੱਲਾਂ ਬਾਤਾਂ 'ਚ। ਚਲੋ ਅੱਜ ਮੈਨੂੰ ਲੱਗਦਾ ਅੱਜ ਆਪਾਂ ਕਿਹਾ ਕੁਛ ਕਰ ਜੂਗਾ ਵੀਰ ਆਪਣਾ, ਇਹ ਤਾਂ ਸਿਆਣਾ ਮੁੰਡਾ, ਦੇ ਜੂਗਾ। ਹਾਂ ਵੇਖੋ ਜੀ, ਮੈਂ ਨਹੀਂ ਕਿਹਾ ਅਮਰੀਕ ਸਿੰਘ ਦੀ ਵੀਡੀਓ, ਚਲੋ ਆਪਾਂ ਗੱਲ ਪਹੁੰਚਾਤੀ, ਉਹਦੇ ਕੋਲੇ ਪਹੁੰਚ ਜੂਗੀ। ਜਦੋਂ ਹੁਣ ਗੱਲ ਮੀਡੀਆ 'ਚ ਉੱਠੀ ਆ ਤਾਂ ਦੇਖੇ ਤਾਂ ਜਾਊਗੇ ਹੈ। ਹਾਂਜੀ ਹਾਂ ਕਿਤੇ ਚਲੋ ਵੇਖਦੇ ਹਾਂ ਕੀ ਬਣਦਾ। ਤੇ ਉਧਰ ਕਹਿੰਦੇ ਅਮਾਨੀ ਦੇ ਘਰ ਜਿਹੜੀ ਉਹ ਗੱਡੀ ਜੀ ਮਿਲੀ ਸੀ ਜੀ, ਉਹ ਪਹਿਲਾਂ ਹੀ ਸ਼ੱਕ ਦੇ ਘੇਰੇ ਸੀ। ਕੀ ਆ ਕਹਾਣੀ ਸਾਰੀ? ਉਹ ਕਹਾਣੀ ਇਹ ਆ ਜੀ, ਉਹ ਬੰਦਾ ਜਿਹੜਾ ਮਾਲਕ ਸੀ ਉਹ ਕਹਿੰਦਾ ਸੀ ਮੇਰੀ ਗੱਡੀ ਚੋਰੀ ਹੋ ਗਈ। ਇੱਕ ਤੁਹਾਨੂੰ ਪਤਾ ਹੋਏਗਾ ਬੜੀ ਪੁਰਾਣੀ ਕਹਾਣੀ ਹੈ ਰੰਗਾ ਬਿੱਲਾ ਦੀ। ਇੱਕ 에ਅਰਫੋਰਸ ਦਾ ਅਧਿਕਾਰੀ ਸੀ, ਉਹਦੇ ਬੱਚੇ ਉਹਨਾਂ ਨੇ ਜਿਹੜੇ ਸੀ ਗਵਾਹ ਕਰਕੇ ਬੱਚੇ ਮਾਰਤੇ ਸੀ। ਪਤਾ
ਉਸ ਟਾਈਮ ਤੇ ਨਵੇਂ ਜ਼ਮਾਨੇ ਨੇ ਬੜੀਆਂ ਖਬਰਾਂ ਛਪੀਆਂ ਸੀ। ਨਵੇਂ ਜ਼ਮਾਨੇ ਨੇ ਕਿਹਾ ਸੀ ਦੀ ਗੱਲ, ਖਬਰ ਲਾਈ ਸੀ ਉਹਨਾਂ ਦੋ ਕਾਮਰੇਡਾਂ ਨੇ ਕਿ 2 ਅਮੀਰ ਦੇ ਬੱਚੇ ਮਰਿਆ ਤੇ ਇੰਨੀ ਕਾਵਾ ਰੋਲੀ ਹੈ ਤੇ ਗਰੀਬ ਦੇ ਬੱਚੇ ਰੋਜ਼ ਮਰਦੇ ਆ। ਉਦੋਂ ਕਾਵਾ ਰੋਲੀ ਕੋਈ ਨਹੀਂ। ਹੁਣ ਤੇ ਅਬਾਨੀ ਦੇ ਘਰੋਂ ਜੇ ਇੱਕ ਗੱਡੀ ਮਿਲ ਗਈ ਆ, ਉਹਦੇ ਮਾਲਕ ਨੇ ਕਹਿੰਦਾ ਮੇਰੀ ਚੋਰੀ ਹੋ ਗਈ ਆ, ਤੁਸੀਂ ਪਰਚੇ ਦਰਜ ਕਰਕੇ ਉਹ ਵੀ ਅੰਦਰ ਸੁੱਟਦੇ ਆ। ਉਹਦੀ ਡੈਥ ਵੀ ਬੰਦੇ ਦੀ ਹੋ ਗਈ, ਜਿਹੜਾ ਮਾਲਕ ਸੀ ਉਹਦੀ ਸਭ ਕੌਨਸੀਕੁਐਂਸ ਸੀ। ਜੇ ਇਹ ਹੋ ਰਿਹਾ, ਤੁਸੀਂ ਉਹਦਾ ਇੱਕ ਜਿਹੜਾ ਉੱਥੋਂ ਦਾ ਚੀਫ ਸੀਗਾ ਪੁਲਿਸ ਦਾ, ਉਹ ਵੀ ਪਰਮਵੀਰ ਸਿੰਘ ਨੂੰ ਬਦਲ ਦਿੱਤਾ, ਉੱਥੇ ਨਵਾਂ ਤੁਸੀਂ ਚੀਫ ਲਾ ਦਿੱਤਾ। ਇੰਨੀ ਤੁਸੀਂ ਉੱਥੇ ਕਰ ਰਹੇ ਹੋ। ਆਮ ਲੋਕ ਮਰਦੇ, ਕਦੀ ਸਰਕਾਰ ਨੇ ਸੋਚਿਆ ਉਹਨਾਂ? ਅੰਮ੍ਰਿਤਸਰ ਦੇ ਵਿੱਚ 40 ਕੇ 45 ਲਾਸ਼ਾਂ ਜਿਹੜੀ ਅਸੀਂ ਜਦੋਂ ਰੇਲ ਥੱਲੇ ਆ ਗਏ, ਬੰਦੇ ਆ ਗਏ, ਕਿਸੇ ਤੇ ਅਸਰ ਹੋਇਆ ਜੀ? ਕੋਈ ਅਧਿਕਾਰੀ ਬਦਲਿਆ ਰੇਲਵੇ ਦਾ? ਕੋਈ ਪੁਲਿਸ ਦਾ ਬਦਲਿਆ? ਕੋਈ ਨਹੀਂ ਬਦਲਿਆ। ਕਿਉਂ? ਗਰੀਬ ਸਾਨੂੰ। ਹੁਣ ਅਡਾਨੀ ਬਾਨੀ ਅਮੀਰ ਨੇ, ਅਮੀਰ ਦੇ ਘਰ ਦੇ ਲਾਗੇ ਉਹਦੀ ਕੋਈ ਮੇਰੇ ਖਿਆਲ ਕੀ ਕਹਿੰਦੇ ਹੁੰਦੇ ਵੀ ਹਵਾਈ ਲੈ ਕੇ ਲੰਘ ਗਿਆ ਤੋਂ ਕਹਿੰਦੇ ਤੇ ਬਰਤਗਾਸਵਾਦੀ ਹੈ, ਇੱਥੇ ਕਾਰਵਾਈ ਕਰੋ। ਨਾਲ ਹੀ ਪੁਲਿਸ ਕਮਿਸ਼ਨ ਨੂੰ ਕਹਿੰਦੇ ਵੀ ਹਵਾਈ ਲੈ ਕੇ ਗਿਆ ਕਿ ਚਲੇ ਇਸ ਕਰਕੇ ਗਿਆ। ਇਹਦੇ ਵਿੱਚ ਇੱਕ ਐਸਪੀ ਮੇਕਾ ਸ਼ਹਿਰ ਦਾ ਡਿਸਮਿਸ ਵੀ ਕਰਕੇ ਉਹ ਫੜ ਵੀ ਲਿਆ ਹੋਇਆ। ਹਾਂਜੀ। ਮੇਰਾ ਕਹਿਣ ਤੋਂ ਭਾਵੇਂ ਆ ਵੀ ਚਲੋ ਠੀਕ ਆ, ਜਿਹੜੀ ਘਟਨਾ ਵਾਪਰੀ ਉਹਦੀ ਜਾਂਚ ਹੋਣੀ ਚਾਹੀਦੀ ਹੈ, ਲੇਕਿਨ ਇਹ ਇਨਸਾਫ ਸਿਰਫ ਅਮੀਰਾਂ ਨੂੰ ਨਹੀਂ, ਆਮ ਬੰਦਿਆਂ ਨੂੰ ਵੀ ਦਿਓ। ਨਾਲੇ ਪੱਟੀ ਸਾਹਿਬ ਤੁਸੀਂ ਵੀ ਸਿਆਣੇ ਹੋ, ਐਵੇਂ ਜੀਪੀ ਬਿਨਾਂ ਗੱਲ ਤੋਂ ਤਾਂ ਨਹੀਂ ਉੱਥੇ ਪਹੁੰਚ ਗਈ। ਸ਼ੰਕਾਵਾਂ ਦੀਆਂ ਘੇਰਾਂ ਪਹਿਲਾਂ ਹੀ ਸੀ, ਬੜਾ ਕੁਝ ਸੀਗਾ, ਇਹ ਸਿਕਿਉਰਿਟੀ ਤਾਂ ਨਹੀਂ ਵਧਾਉਣੀ ਚਾਹੀਦੀ ਸੀ। ਤੁਸੀਂ ਵੀ ਸਿਆਣੇ ਹੋ, ਫੜਿਆ ਤਾਂ ਫਿਰ ਡੀਐਸਪੀ ਆਪਣਾ ਜੰਮੂ ਵਾਲਾ ਵੀ ਆ ਜਿਹੜਾ ਅੱਤਵਾਦੀਆਂ ਨੂੰ ਛੱਡਣ ਆਉਂਦਾ ਸੀ ਇੱਥੋਂ ਤੱਕ, ਦਵਿੰਦਰ ਸਿੰਘ। ਇਹ ਹੋ ਸਕਦਾ, ਪਤਾ ਨਹੀਂ ਕੀ ਇਹਨਾਂ ਦੀ ਸਾਜ਼ਿਸ਼ ਕੀ ਹੋ ਸਕਦੀ ਹੈ, ਕੀ ਸਲਾਹਾਂ ਨੇ ਵੀ ਉਹਦੇ ਕੋਲੇ ਜੀਪੜੀ ਜੀ ਠੱਲ ਦਿਓ। ਇੱਕ ਉਹ ਜੀਪੜੀ ਕਿੱਥੋਂ ਆਈ? ਤੁਸੀਂ ਵੀ ਸਿਆਣੇ ਹੋ ਕਿ ਸਾਰਾ ਜਿਹੜਾ ਕੀ ਕਹਿੰਦੇ ਆ, ਇੱਥੋਂ ਇਹੋ ਜਿਹੀ ਗੱਲ ਹੋ ਜਾਏ 2 ਮਿੰਟਾਂ 'ਚ ਤਾਂ CCTV ਕੈਮਰੇ ਦੀਆਂ ਕੜੀਆਂ ਜੋੜ ਦਿੰਦੇ ਨੇ। ਕੀ ਉਹ ਕੜੀਆਂ ਨਹੀਂ ਜੁੜੀਆਂ? ਉਹ ਕਿੱਥੇ ਸੀ, ਕਿਵੇਂ ਸੀ, ਕੀ ਕਹਾਣੀ ਸੀ? ਉਹ ਬੰਦੇ ਜਿਹੜੇ ਦੀ ਉਹ ਸਕਾਰਪੀਓ ਸੀ, ਉਹਦੀ ਮੌਤ ਦਾ ਪਰਚਾ ਦਰਜ ਹੁੰਦਾ, ਤੇ ਉਹ ਪਰਚਾ ਦਰਜ ਹੁੰਦਾ ਤੇ ਸਕਾਰਪੀਓ ਕਿੱਥੇ ਸੀਗੀ? ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਨਾਲ ਜੀ। ਇੱਕ ਸੁਖਜਿੰਦਰ ਸਿੰਘ ਸਾਡੇ ਗ੍ਰੰਥੀ ਰਹੇ ਨੇ ਦਰਬਾਰ ਸਾਹਿਬ, ਬੜੇ ਵਧੀਆ ਬੰਦੇ ਸੀ ਜੀ। ਵਿਦਨ ਏ ਵੀਕ ਉਹਨਾਂ ਦੀ ਡੈਥ ਹੁੰਦੀ ਆ ਤੇ ਉਹਨਾਂ ਦੀ ਪਤਨੀ ਡੈਥ ਹੁੰਦੀ ਆ। ਉਹਦੇ ਬਾਰੇ ਆਪਣੇ ਜਿਹੜਾ ਕੱਲ ਪ੍ਰੋਗਰਾਮ ਕੀਤਾ ਸੀ, ਆਪਣੇ ਥੋੜੇ ਕਮੈਂਟ ਵੀ ਪਾਇਆ ਸੀ ਕਿਸੇ ਬੰਦੇ ਨੇ ਵੀ ਭਾਜੀ ਉਹਦੀ ਵੀ ਗੱਲ ਕਰੋ। ਪਹਿਲਾਂ ਵੀ 2 ਵਾਰੀ ਫੋਨ ਕਰਕੇ ਕਿ ਮੈਂ ਜੀ ਗੱਲ ਕਰਦੇ, ਸਾਡੇ ਕੋਲ ਸਬੂਤ ਕੋਈ ਨਹੀਂ ਵਧਿਆ ਹੈਗਾ ਜੀ, ਲੇਕਿਨ ਸ਼ੱਕ ਕੀਤਾ ਜਾਂਦਾ ਵੀ ਉਹਨਾਂ ਦੇ ਜਿਹੜੇ ਉਹਨਾਂ ਨੂੰ ਰਿਟਾਇਰਮੈਂਟ ਤੇ 50 ਲੱਖ ਮਿਲਿਆ ਸੀ, ਉਹਨੂੰ ਲੈ ਕੇ ਕੁਝ ਰਿਸ਼ਤੇਦਾਰਾਂ ਨੇ ਸਾਜ਼ਿਸ਼ ਤਹਿਤ ਡੈਥ ਕੀਤੀ ਜੀ। ਕਿਹਾ ਜਾਂਦਾ ਵੀ ਜੇ ਉਹਨਾਂ ਨੂੰ ਕੈਂਸਰ ਸੀ, ਕਿਹਾ 1 ਮਹੀਨੇ 'ਚ ਕੈਂਸਰ ਨੇ ਵਿਖਾਤਾ। ਕੈਂਸਰ ਦਾ ਰੋਗ ਤੇ ਸਹੀ ਸੀ ਚੱਲਦਾ ਜੀ। ਇੱਕ ਐਸੇ ਡੈਥ ਹੋ ਗਈ, ਮੁੜ ਕੇ ਹਫ਼ਤੇ 10 ਦਿਨ ਉਹਨਾਂ ਦੀ ਪਤਨੀ ਦੀ ਜਿਹੜੀ ਲਾਸ਼ ਸੀ ਉਹ ਪੱਖੇ ਨੂੰ ਲੜਕਦੀ ਮਿਲ ਗਈ, ਉਹ ਵੀ ਡੈਥ ਹੋ ਗਈ ਉਹਨਾਂ ਦੀ ਜੀ। ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣੀ ਪਈ ਹੈ। ਲੇਕਿਨ ਮੇਰੀ ਕੁਝ ਅਧਿਕਾਰੀਆਂ ਨਾਲ ਗੱਲ ਹੋਈ, ਜਿਹੜੇ ਅਧਿਕਾਰੀ ਦੱਸੇ ਜਾਂਦੇ ਉਹਨਾਂ 'ਚ ਇੱਕ ਮੈਨੂੰ ਕਹਿੰਦਾ ਜੀ ਮੇਰਾ ਤੁਸੀਂ ਲੋਕੇਸ਼ਨ ਚੈੱਕ ਕਰ ਲਓ ਤਾਂ ਕਿੱਥੇ ਸੀ ਉਸ ਦਿਨ। ਗੱਲ ਇਹ ਨਹੀਂ, ਇੱਥੇ ਇੱਕ ਗ੍ਰੰਥੀ ਆ, ਉਹਦੀ ਕੋਈ ਪਿਛਲੇ ਪਾਸੇ ਪੈਰਵਾਈ ਕਰਨ ਵਾਲਾ ਕੋਈ ਨਹੀਂ। ਜੇ ਪੈਰਵਾਈ ਕਰਨ ਵਾਲਾ ਹੋਵੇ ਤੇ ਸ਼ਾਇਦ ਉਹਦੀ ਪੜਤਾਲ ਹੋ ਜੇ ਜੀ। ਅਸੀਂ ਇਹ ਵੀ ਕਵਾਂਗੇ ਅੱਜ ਇਸ ਮੰਚ ਦੇ ਉੱਤੋਂ ਵੀ ਜੇ ਲੋਕਾਂ 'ਚ ਕਿਸੇ ਗੱਲ ਦੀ ਸ਼ੰਕਾ ਵਾ ਤੇ ਉਹਦੀ ਬਕਾਇਦਾ ਤੌਰ ਤੇ ਪੁਲਿਸ ਨੂੰ ਮੁਕੱਦਮਾ ਦਰਜ ਕਰਕੇ ਪੜਤਾਲ ਕਰਨੀ ਚਾਹੀਦੀ ਜੀ। ਸੱਚਾਈ ਸਾਹਮਣੇ ਆਉਣੀ ਚਾਹੀਦੀ ਆ। ਕਈ ਗੱਲਾਂ ਕੀਤੀਆਂ ਜਾ ਰਹੀਆਂ ਨੂੰ ਅਸੀਂ ਔਨ ਏਅਰ ਨਹੀਂ ਕਰ ਸਕਦੇ, ਲੇਕਿਨ ਅਸੀਂ ਇੱਕੋ ਗੱਲ ਕਰਾਂਗੇ ਕਿ ਉਹਦੇ ਤੇ ਚਰਚਾ ਬਹੁਤ ਜਾਰੀ ਆ। ਪੂਰੀ ਸ਼੍ਰੋਮਣੀ ਕਮੇਟੀ ਦੀ ਚਰਚਾ ਵਾ ਵੀ ਉਹਦੀ ਡੈਥ ਜਿਹੜੀ ਉਹ ਡੈਥ ਨਹੀਂ, ਕਤਲ ਹੋਇਆ। ਬੜੇ ਕਤਲ ਹੋ ਜਾਂਦੇ ਆ, ਉਹਨਾਂ ਨੂੰ ਬੜਾ ਰੂਪ ਦਿੱਤੇ ਜਾਂਦੇ ਨੇ। ਬਿਲਕੁਲ, ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ। ਪੱਟੀ ਸਾਹਿਬ, ਜਾਂਚਾਂ ਦੀ ਤੁਸੀਂ ਗੱਲ ਬੜੀ ਛੇੜ ਦਿੱਤੀ ਹੈ। ਜਾਂਚਾਂ ਤਾਂ ਚੱਲੀ ਜਾਂਦੀਆਂ ਨੇ। ਹੁਣ ਜਿਵੇਂ ਆਪਾਂ ਇਹ ਗੱਲ ਕਰਕੇ ਤੇ ਜਾਂਚ ਕਿੱਥੋਂ ਤੱਕ ਜਾਊ, ਕੀ ਬਣੂ? ਪਰ ਜੋ ਮਲਿਕ ਸਾਹਿਬ ਨੇ, ਸਤਪਾਲ ਮਲਿਕ ਜੀ ਨੇ ਗੱਲ ਕੀਤੀ, ਉਹਨਾਂ ਨੇ ਤਾਂ ਪੂਰੇ ਕਿਸਾਨਾਂ ਦੀ ਗੱਲ ਕੀਤੀ। ਪਰ ਰਵਨੀਤ ਬਿੱਟੂ ਹੁਣ ਥੋੜ੍ਹਾ ਜਿਹਾ ਕਾਇਮ ਹੋਇਆ, ਪਹਿਲਾਂ ਵੀ ਗੱਲਾਂ ਕੀਤੀਆਂ, ਉਹਨੇ ਪਾਰਲੀਮੈਂਟ ਦੇ ਵਿੱਚ ਬੜੀ ਅਹਿਮ ਗੱਲ ਕੀਤੀ ਹੈ। ਵੇਖੋ, ਜਿਹੜੀ ਗੱਲ ਤੇ ਉਹਨਾਂ ਦੀ ਇਹ ਆ ਕਿ ਕਿਸਾਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ, ਉੱਥੋਂ ਤੱਕ ਤੇ ਗੱਲ ਬਿਲਕੁਲ ਠੀਕ ਆ। ਜਿਹੜੀ ਅਗਲੀ ਗੱਲ ਨਾਲ ਜੋੜਨੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਜੀ,
ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਪੰਜਾਬ ਦਾ ਮਾਹੌਲ ਫਿਰ ਖਰਾਬ ਹੋਵੇ। ਉਹ ਤਾਂ ਤੁਹਾਨੂੰ ਪਤਾ, ਆਪਾਂ ਨੂੰ ਪਤਾ ਹੀ ਹੈ ਵੀ ਸਾਜ਼ਿਸ਼ਾਂ ਤਾਂ ਰਚੀਆਂ ਗਈਆਂ ਉੱਥੇ, ਬਿਲਕੁਲ ਹੁਣ ਵੀ ਰਚੀਆਂ ਜਾ ਅਸੀਂ ਰਹੀਆਂ ਨੇ। ਕਿਹਾ ਸੀ ਕਿ ਜਿਹੜਾ ਬਿੱਟੂ ਕਿਸਾਨੀ ਜੀ ਮਸਲਾ ਤੋਂ ਤੁਹਾਡੇ- ਅਲੱਗ ਇਕੱਠ ਕੀਤੇ ਜਾਂਦੇ ਉਹ ਕੀ ਨੇ? ਬਿਲਕੁਲ ਬਿਲਕੁਲ ਹੂੰ ਬਿਲਕੁਲ ਕੀਤੇ ਜਾਂਦੇ। ਬਿੱਟੂ ਜੀ ਤੁਹਾਡੀ ਜਿਹੜੀ ਐਮਪੀਸ਼ਿਪ ਨਿਕਲੀ ਉਹ ਜਿਹੜੀ ਆ ਉਹ ਕੱਫਣ ਚੋਂ ਨਿਕਲੀ। ਕੱਫਣ ਚੋਂ ਨਿਕਲੀ ਆ, ਬਿਲਕੁਲ। ਇਸੇ ਕਰਕੇ ਤੁਸੀਂ ਇਹੋ ਜੀ ਗੱਲ ਨਾ ਕਰੋ। ਪੰਜਾਬ ਸ਼ਾਂਤ ਸੂਬਾ ਸ਼ਾਂਤ ਰਹਿਣ ਦੇ। ਤੁਸੀਂ ਤਾਂ ਪੀੜਤ ਹੋ ਉਸ ਪਿੱਛੇ ਚੀਜ਼ ਦੇ। ਜ਼ਿਕਰ ਬਿਲਕੁਲ ਤੁਸੀਂ ਪੀੜਤ ਹੋ ਸੀ ਦੇ ਤੁਸੀਂ ਇਹ ਗੱਲ ਕਿਉਂ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ? ਹੂੰ ਪਾਕਿਸਤਾਨ ਤੋਂ ਡਰੋਨ ਆ ਰਹੇ ਜੀ, ਡਰੋਨ ਜਿਹੜੇ ਆ ਰਹੇ ਤੇ ਉਹਨਾਂ ਨੂੰ ਉਹ ਡੇਗੇ ਵੀ ਜਾ ਰਹੇ ਆ, ਫੜੇ ਵੀ ਜਾ ਰਹੇ ਉਹ ਆ। ਨਾਲੇ ਡਰੋਨ ਕਿਹੜਾ ਕੀ ਕਹਿੰਦੇ ਗਾਂ, ਉਹ ਆ ਗਏ ਰੂਸ ਵਾਲੇ ਜਹਾਜ਼, ਉਹ ਆ ਗਏ ਹੈਲੀਕਾਪਟਰ ਜਿਹੜੇ ਉੱਥੇ ਪੁਰਨੀਆਂ ਦੇ ਵਿੱਚ ਅਸਲਾ ਸਿੱਟ ਗਏ ਸੀ। ਹਾਂਜੀ, ਇਸ ਕਰਕੇ ਇਹ ਬੰਦਾ ਇਹੋ ਜਿਹਾ ਵਾ ਵੀ ਗੱਲ ਚੰਗੀ ਕਰਦਾ ਵਾ, ਖੀਰ ਖਰੂ ਬਣਾ ਕੇ ਮੁੜ ਕੇ ਉੱਤੇ ਸਵਾਹ ਧੂ ਲੈਂਦਾ। ਉਹ ਆਦਤ ਹੁੰਦੀ ਹੈ ਕਈ ਬੰਦਿਆਂ ਦੀ। ਤੇ ਇਸੇ ਕਰਕੇ ਤੁਸੀਂ ਇਹ ਗੱਲ ਕਹੋ ਵੀ ਉਹਨਾਂ ਨੇ ਚੰਗੀ ਗੱਲ ਕੀਤੀ ਆ। ਸਪੀਕਰ ਨੂੰ ਠੋਕ ਵਜਾ ਕੇ ਕਿਹਾ ਮਹਾਰਾਜ ਕਿਸਾਨ ਬੈਠੇ ਆ, ਇੰਨੇ ਦਿਨ ਹੋ ਗਿਆ, ਇੰਨੇ ਕਿਸਾਨ ਜਿਹੜੇ ਵਿਚਾਰੇ ਮਾਰੇ ਜਾ ਚੁੱਕੇ ਆ, ਕਿਸਾਨਾਂ ਦੀ ਗੱਲ ਸੁਣੋ। ਹਾਂ ਹਾਂ, ਸਰਕਾਰ ਨੂੰ ਤੁਸੀਂ ਕਹੋ, ਅਸੀਂ ਵੀ ਕਹਿੰਦੇ ਤੁਸੀਂ ਵੀ ਕਹੋ, ਤੁਸੀਂ ਦਬਾਅ ਪਾਓ। ਤੁਸੀਂ ਕਿਉਂ ਨਹੀਂ ਉਹਨਾਂ ਸਵਾਲ ਪੁੱਛਦੇ ਤੇ ਵੀ ਕਿਉਂ ਨਹੀਂ ਗੱਲ ਕੀਤੀ ਜਾ ਰਹੀ ਕਿਸਾਨਾਂ ਨਾਲ? ਤੁਸੀਂ ਹਾਂਜੀ, ਮੈਂ ਸਵਾਲ ਪੁੱਛੇ, ਮੇਰੇ ਸਵਾਲ ਦਾ ਜਵਾਬ ਦੇ ਦਿਓ। ਜਿਹੜੀ ਅਗਲੀ ਗੱਲ ਕਰਨੀ ਵੀ ਜੇ ਨਾ ਗੱਲ ਕੀਤੀ ਉੱਥੇ ਮਾਹੌਲ ਖਰਾਬ ਹੋ ਜੂਗੀ। ਲੈ ਦੱਸੋ, ਇਹ ਡਰਾਵੇ ਥੋੜਾ ਦਿੰਨੇ। ਹਾਂ, ਇਹ ਡਰਾਵੇ ਥੋੜੀ। ਵੀ ਸੌਂਗਾ ਪੁੱਤ ਨਹੀਂ ਤਾਂ ਫਲਾ ਗੱਬਰ ਸਿੰਘ ਆ ਜਾਊਗਾ। ਹੈ ਗੱਬਰ ਸਿੰਘ ਇਸ ਕਰਕੇ ਬਿੱਟੂ ਜੀ ਤੁਹਾਡੇ ਅੱਗੇ ਹੱਥ ਜੋੜਿਆ। ਹਾਂ, ਇਹ ਗੱਲ ਨਾ ਕਰੋ। ਬੜੀ ਮੁਸ਼ਕਲ ਨਾਲ ਪੰਜਾਬ ਸ਼ਾਂਤ ਹੋਇਆ ਤੇ ਅੱਜ ਕਿਸੇ ਨੂੰ ਪੁੱਛੋ ਕਹਿੰਦੇ ਸਭ ਤੋਂ ਸ਼ਾਂਤ ਤੇ ਵਧੀਆ ਜਿਹੜਾ ਮੁਲਕ ਹੈ ਪੰਜਾਬ ਆ। ਪੰਜਾਬ ਹੈ, ਬਿਲਕੁਲ। ਤੇ ਇਸ ਕਰਕੇ ਉਹਨੂੰ ਸ਼ਾਂਤ ਰਹਿਣ ਦਿਓ, ਨਾ ਗੜਬੜ ਕਰੋ। ਤੁਸੀਂ ਪੀੜੇ ਤੋਂ ਤੁਹਾਡੇ ਘਰ ਦੇ ਵੀ ਬੰਦੇ ਇਸੇ ਸੰਤਾਪ ਦੇ ਜਿਹੜੀ ਪੀੜਤ ਹੋਏ ਨੇ। ਇਹੋ ਤੁਸੀਂ ਜਿਹੀ ਗੱਲਾਂ ਨਾ ਭੁਗਤ ਕਰੋ। ਇਹਨਾਂ ਗੱਲਾਂ ਦੇ ਭੁਗਤ ਭੋਗੀ ਹੋ। ਬਿਲਕੁਲ ਭੁਗਤੀ ਹੈ, ਬਿਲਕੁਲ ਭੁਗਤਿਆ ਤੁਸੀਂ। ਹਾਂ, ਜੀ। ਚਲੋ ਰੱਬ ਇਹਨਾਂ ਨੂੰ ਅਕਲ ਦੇਵੇ ਜੀ। ਹੈ ਇਹੀ ਅਰਦਾਸ ਕਰ ਸਕਦੇ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ, ਮਿਹਰਬਾਨੀ। ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹੁਣ ਇੱਕ ਬ੍ਰੇਕ ਦਾ ਸਮਾਂ ਜੀ।